ਜਿਹੜੀ ਆਪਣੀ ਭਲ ਬਣਾਉਣ ਵਾਸਤੇ ਏਡੇ ਏਡੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਲੱਗਦੇ ਨੇ, ਕੀ ਉਹ ਖਰਚੇ ਨਹੀਂ ਪੰਜਾਬ ਨੂੰ ਇੰਨਾ ਖੋਰਾ ਕਿਉਂ ਲੱਗ ਰਿਹਾ? ਜਦੋਂ ਤੁਸੀਂ ਕੋਈ ਕੰਮ ਕੀਤਾ ਹੁੰਦਾ ਨਾ, ਜਦੋਂ ਤੁਸੀਂ ਕੁਝ ਕਰਕੇ ਦਿਖਾਉਣਾ ਹੁੰਦਾ, ਦਿਖਾਉਣ ਦਾ ਮਤਲਬ ਇਹ ਆ ਕਿ ਉਹਦਾ ਸਾਰਾ ਪ੍ਰਚਾਰ ਲੋਕਾਂ ਤੱਕ ਪਹੁੰਚਣਾ ਚਾਹੀਦਾ। ਪਰ ਤੁਹਾਡੀ ਸਰਕਾਰ ਕਹਿੰਦੀ ਸੀ ਬਦਲਾ, ਜੇ ਅਸੀਂ ਵੀ ਉਹ ਕੰਮ ਕਰਨੇ ਫਿਰ ਬਦਲਾ ਕਿੱਥੇ ਆ? ਇਹ ਤੁਸੀਂ ਕਹਿ ਰਹੇ ਹੋ ਨਾ, ਪੰਜਾਬ ਦਾ ਧਨ ਗੁਜਰਾਤ ਵਿੱਚ ਤੇ ਹਿਮਾਚਲ 'ਚ ਕਿਉਂ ਖਰਚਿਆ ਜਾ ਰਿਹਾ? ਪੰਜਾਬ ਤਾਂ ਪਹਿਲਾਂ ਡਿਕਡੋਲੇ ਖਾ ਰਿਹਾ, ਕਰਜ਼ਾ ਗੋੜੇ ਗੋੜੇ ਸਿਰ ਤੇ। ਤੁਹਾਡੇ ਹੀ ਸਪੀਕਰ ਸਾਹਿਬ ਉੱਥੇ ਕਹਿੰਦੇ ਕਿ 1.5-2 ਮਹੀਨਾ ਖਲੋ ਜੋ, ਇਨਸਾਫ ਆਇਆ ਖੜਾ। ਉਸੇ ਸਟੇਜ ਤੇ ਤੁਹਾਡੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਤੁਹਾਡੀ ਸਰਕਾਰ ਦੇ ਖਿਲਾਫ ਵਰਦੇ ਨਜ਼ਰ ਆਏ, ਕੀ ਗੱਲ ਉਹਨਾਂ ਦੀ ਸੁਣੀ ਨਹੀਂ ਜਾਂਦੀ? ਪੂਰੀ ਦੁਨੀਆ ਹੀ ਆਸ ਕਰੇ ਕਿ ਜੇ ਉਹਨਾਂ ਨੇ ਕਹਿ ਦਿੱਤਾ ਤੇ ਮੁੱਦਾ ਜ਼ਰੂਰ 1.5-2 ਮਹੀਨੇ ਦੇ ਵਿੱਚ ਹੱਲ ਹੋਏ। ਚਲੋ ਅਸੀਂ 1.5-2 ਮਹੀਨੇ ਵੇਟ ਕਰਦੇ ਹਾਂ, ਫਿਰ ਤੁਹਾਨੂੰ ਇੱਥੇ ਬਿਠਾ ਕੇ ਪੁੱਛਾਂਗੇ। ਉਦੋਂ ਇਹ ਕਹਿੰਦੇ ਸੀ ਜਿਹੜੇ ਲੋਕਾਂ 'ਚ ਨਹੀਂ ਜਾ ਸਕਦੇ ਉਹ ਮੁਰਗੀ ਖਾਨਾ ਖੋਲ੍ਹੋ। ਸੁਖਪਾਲ ਸਿੰਘ ਖਹਿਰਾ ਕਹਿੰਦੇ ਇਹਨਾਂ ਨੇ ਮੁਰਗੀ ਖਾਨਾ ਕਦੋਂ ਖੋਲ੍ਹਣਾ? ਫਲਾਣੇ ਕੋਲੋਂ ਇੰਨੀਆਂ ਗੱਡੀਆਂ ਅਸੀਂ ਵਾਪਸ ਲੈ ਲਈਆਂ, ਇੰਨੇ ਮੁਲਾਜ਼ਮ ਅਸੀਂ ਵਾਪਸ ਲੈ ਲਏ, ਕਿਉਂ ਦੱਸਣਾ ਪੈ ਗਿਆ ਲੋਕਾਂ ਨੂੰ? ਪਚੀ ਕਿਉਂ ਨਹੀਂ ਸਿਕਿਉਰਿਟੀ ਘਟਾਉਣ ਵਾਲੀ ਗੱਲ? ਜਦੋਂ ਸੱਤਾ ਤੋਂ ਬਾਹਰ ਸੀ ਮੁਲਾਜ਼ਮਾਂ ਦੀ ਫਿਕਰ ਬੜੀ ਸੀ, ਹੁਣ ਕੀ ਗੱਲ ਉਹਨਾਂ ਦੇ ਜਿਹੜੇ ਚੁੱਲ੍ਹੇ ਨੇ ਉਹਨਾਂ ਦੀ ਫਿਕਰ ਨਹੀਂ ਆਮ ਆਦਮੀ ਪਾਰਟੀ ਨੂੰ? ਬਜਾਏ ਇਸ ਤੇ ਕਿ ਅਸੀਂ ਔਰਤਾਂ ਨੂੰ ਮੁਫਤ ਸਫ਼ਰ ਕਰਵਾਈਏ, ਮੈਨੂੰ ਲੱਗਦਾ ਕਿ ਸਾਨੂੰ ਸਟੂਡੈਂਟਸ ਨੂੰ ਜਿਹੜੇ ਨਾ ਪਾਸ ਹਰ ਇੱਕ ਬੱਸ ਦੇ ਵਿੱਚ ਹੋਣਾ ਚਾਹੀਦਾ। ਬੱਸਾਂ ਵਾਲੇ ਜੇ ਉੱਥੇ ਬੱਸ ਨਹੀਂ ਰੋਕਣਗੇ, ਸਟੂਡੈਂਟਸ ਖੜੇ ਰਹਿ ਜਾਣਗੇ, ਫਿਰ ਉਹਦੇ ਵਾਸਤੇ ਕੀ ਪਲਾਨ ਹੈ? ਕਿ ਜ਼ੀਰੋ ਟੋਲਰੈਂਸ ਸਿਰਫ ਕਾਂਗਰਸੀ ਮੰਤਰੀਆਂ ਲਈ ਸੀ? ਆਪਣੇ ਫੌਜਾ ਸਿੰਘ ਸਰਾਰੀ ਉੱਦਾਂ ਤੁਰੇ ਫਿਰਦੇ ਨੇ, ਆਪਣੇ ਵਾਲੀ ਜ਼ੀਰੋ ਟੋਲਰੈਂਸ ਕਿੱਥੇ ਗਈ? ਜਦੋਂ ਤੋਂ ਸੱਤਾ ਤੋਂ ਬਾਹਰ ਸੀ ਉਦੋਂ ਤਾਂ ਧਰਨੇ ਵਾਲੇ ਦੇ ਵਿੱਚ ਬਹਿ ਜਾਂਦੇ ਸੀ ਜਾ ਕੇ, ਹੁਣ ਧਰਨਾ ਕਿਸੇ ਚੀਜ਼ ਦਾ ਹੱਲ ਨਹੀਂ। ਉਹਨਾਂ ਨੇ ਇਹੀ ਕਿਹਾ ਕਿ ਜਿਸ ਵੀ ਕਿਸੇ ਨੇ ਮੇਰੇ ਨਾਲ ਗੱਲ ਕਰਨੀ ਹੁੰਦੀ, ਤੁਸੀਂ ਦਰਵਾਜ਼ੇ ਖੁੱਲ੍ਹੇ ਨੇ। ਸੰਗਰੂਰ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਕਿਸਾਨ ਬੈਠੇ ਨੇ, ਬੜੇ ਦਿਨ ਹੋ ਗਏ ਆ, ਉਹਨਾਂ ਦਾ ਹੱਲ ਕਿਉਂ ਨਹੀਂ ਹੁੰਦਾ? ਤੇ ਆ ਜਿਹੜਾ ਬੀਬੀਆਂ ਨੂੰ ਲਾਰਾ ਲਾਇਆ 1000 ਦਾ, ਉਹ ਕਹਿੰਦੀਆਂ ਇਹਨਾਂ ਨੂੰ ਬਹਾ ਕੇ ਪੁੱਛੋ ਕਦੋਂ ਦੇਣੇ, ਕੀ ਕਹੀਏ ਉਹਨਾਂ ਨੂੰ? ਸਦੀਪ ਚੱਖ ਟਪਲਾ ਖਾ ਗਏ ਇੱਥੇ ਕਿ ਵੀ ਕਿੱਥੇ ਹੱਥ ਪਾਇਆ ਉਹਨਾਂ ਨੇ। ਇਹ ਵਿਧਾਨ ਸਭਾ 'ਚ ਕਿਤੇ ਸਪੀਕਰ ਵੀ ਟਪਲਾ ਖਾ ਗਏ। ਪਹਿਲਾਂ ਕਹਿੰਦੇ ਸੀ ਭਰੋਸਗੀ ਮਤੇ ਦੇ ਹੱਕ ਵਿੱਚ 93 ਵੋਟਾਂ ਪਈਆਂ, ਹੁਣ ਕਹਿੰਦੇ ਨਹੀਂ ਜੀ 91 ਪਈਆਂ ਸੀ, ਉਹ ਕਿਉਂ ਟਪਲਾ ਖਾ ਗਏ? ਕਹਿੰਦੇ ਸੀ 6 ਮਹੀਨੇ ਦਾ ਸਮਾਂ ਚਾਹੀਦਾ ਸਾਨੂੰ, 7 ਮਹੀਨੇ ਦਾ ਸਮਾਂ ਹੋ ਗਿਆ। ਨਸ਼ਿਆਂ ਲਈ ਕੀ ਕੀਤਾ? ਤੁਸੀਂ ਦੇਖੋ ਤੁਸੀਂ ਨਸ਼ਾ ਕਿੱਥੋਂ ਕਿੱਥੋਂ ਫੜਿਆ ਜਾ ਰਿਹਾ। ਚਿੱਟਾ ਇੱਧਰ ਮਿਲਦਾ ਹੈ ਤੇ ਸਰਹੱਦੀ ਏਰੀਆ 'ਚ ਮਾਵਾਂ ਰੋਂਦੀਆਂ ਨੇ ਵੀ ਸਾਡੇ ਬੱਚਿਆਂ ਨੂੰ ਤੇ ਘਰੇ ਆ ਕੇ ਲੋਕੀ ਨਸ਼ਾ ਦੇ ਜਾਂਦੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ। ਤੇ ਆਮ ਆਦਮੀ ਪਾਰਟੀ ਨੇ ਆਪਣੇ 7 ਮਹੀਨੇ ਪੂਰੇ ਕਰ ਲਏ ਨੇ, ਐਡਾ ਲੰਬਾ ਚੌੜਾ ਰਿਪੋਰਟ ਕਾਰਡ ਦਿੱਤਾ, ਪਰ ਸਾਨੂੰ ਕੁਝ ਕਮੀਆਂ ਵੀ ਨਜ਼ਰ ਆ ਰਹੀਆਂ ਨੇ। ਅੱਜ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਮੇਰੇ ਨਾਲ ਹਲਕਾ ਨਕੋਦਰ ਤੋਂ ਵਿਧਾਇਕਾ ਮੈਡਮ ਇੰਦਰਜੀਤ ਕੌਰ ਮਾਨ ਮੌਜੂਦ ਨੇ, ਕਰਦੇ ਉਹਨਾਂ ਦੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਮੈਡਮ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਪੰਜਾਬੀ ਨੈਸ਼ਨਲ ਟੀਵੀ ਦੇ ਸਾਰੇ ਸਰੋਤਿਆਂ ਨੂੰ। ਪਹਿਲਾ ਸਵਾਲ, ਮਹਿੰਗਾਈ ਬਹੁਤ ਆ, ਖਰਚਿਆਂ ਨਾਲ ਰਿਲੇਟਡ ਗੱਲ ਕਰਦੇ ਆ। ਮਾਨ ਸਾਹਿਬ ਨੇ ਖਰਚੇ ਘਟਾਤੇ ਥੋੜੇ ਜਿਹੇ। 2-4 ਦਿਨ ਪਹਿਲਾਂ ਕਹਿੰਦੇ ਸੀਐਮ ਦਫ਼ਤਰ ਦੇ ਵਿੱਚ ਕਿਸੇ ਨੂੰ ਵੇਸਣ ਨਹੀਂ ਮਿਲਣਾ, ਕਿਸੇ ਨੂੰ ਪਨੀਰ ਦੇ ਪਕੌੜੇ ਨਹੀਂ ਮਿਲਣੇ, ਮੈਂ ਖਰਚੇ ਘੱਟ ਕਰਨਾ ਚਾਹੁੰਦਾ। ਪਰ ਜਿਹੜੀ ਆਪਣੀ ਭਲ ਬਣਾਉਣ ਵਾਸਤੇ ਏਡੇ ਏਡੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਲੱਗਦੇ ਨੇ, ਪੰਜਾਬ 'ਚ ਨਹੀਂ ਬਾਹਰ ਵੀ ਲੱਗਦੇ ਨੇ, ਕੀ ਉਹ ਖਰਚੇ ਨਹੀਂ ਪੰਜਾਬ ਨੂੰ ਇੰਨਾ ਖੋਰਾ ਕਿਉਂ ਲੱਗ ਰਿਹਾ? ਜਦੋਂ ਤੁਸੀਂ ਕੋਈ ਕੰਮ ਕੀਤਾ ਹੁੰਦਾ ਨਾ, ਜਦੋਂ ਤੁਸੀਂ ਕੁਝ ਕਰਕੇ ਦਿਖਾਉਣਾ ਹੁੰਦਾ, ਦਿਖਾਉਣ ਦਾ ਮਤਲਬ ਇਹ ਆ ਕਿ ਉਹਦਾ ਸਾਰਾ ਪ੍ਰਚਾਰ ਲੋਕਾਂ ਤੱਕ ਪਹੁੰਚਣਾ ਚਾਹੀਦਾ। ਬਹੁਤ ਸਾਰੀਆਂ ਸਕੀਮਾਂ ਪੰਜਾਬ ਗੌਰਮੈਂਟ ਦੀਆਂ, ਸੈਂਟਰ ਗੌਰਮੈਂਟ ਦੀਆਂ ਸਿਰਫ ਤੇ ਸਿਰਫ ਲੋਕਾਂ ਤੱਕ ਨਾ ਪਹੁੰਚਾਉਣ ਕਰਕੇ ਅੱਜ ਤੱਕ ਉਹਨਾਂ ਦਾ ਲਾਭ ਨਹੀਂ ਜਨਤਾ ਲੈ ਸਕੀ। ਔਰ ਸਾਡਾ ਜਿਹੜਾ ਸਰਕਾਰ ਦਾ ਮੁੱਖ ਫਰਜ਼ ਹੀ ਇਹ ਆ ਕਿ ਜਿਹੜਾ ਤੁਸੀਂ ਕੰਮ ਕਰਦੇ ਹੋ ਉਹ ਘਰ ਘਰ ਪਹੁੰਚਣਾ ਚਾਹੀਦਾ, ਨੰਬਰ 1। ਨੰਬਰ 2 ਤੇ ਜਿਹੜੀ ਤੁਸੀਂ ਪੰਜਾਬ ਦੀ ਬਾਹਰ ਦੀ ਗੱਲ ਕਰਦੇ ਹੋ, ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਹੈ। ਭਗਵੰਤ ਸਿੰਘ ਜੀ ਮਾਨ ਸਾਡੇ ਹੁਣ ਉਹ ਪੰਜਾਬ ਦੇ ਲੀਡਰ ਨਹੀਂ ਹੈ, ਉਹ ਸਾਡੇ ਪੂਰੇ ਦੇਸ਼ ਦੇ ਵੀ ਲੀਡਰ ਨੇ, ਉਹ ਦੇਸ਼ ਵਿਦੇਸ਼ ਦੇ ਵੀ ਲੀਡਰ ਨੇ। ਲੋਕ ਉਹਨਾਂ ਨੂੰ ਸੁਣਦੇ ਨੇ, ਲੋਕ ਉਹਨਾਂ ਨੂੰ ਸੁਣਨਾ ਚਾਹੁੰਦੇ ਨੇ, ਔਰ ਲੋਕ ਉਹਨਾਂ ਦੇ ਕੰਮਾਂ ਦੀ ਸਰਾਹਨਾ ਕਰਨੇ ਚਾਹੁੰਦੇ ਆ। ਇਸ ਕਰਕੇ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ, ਇਹ ਤਾਂ ਸਿਰਫ ਵਿਰੋਧੀਆਂ ਦੇ ਗੱਲਾਂ ਕਰਨ ਵਾਲੀਆਂ ਹੁੰਦੀਆਂ। ਪਰ ਤੁਹਾਡੀ ਸਰਕਾਰ ਕਹਿੰਦੀ ਸੀ ਬਦਲਾ, ਜੇ ਅਸੀਂ ਵੀ ਉਹ ਕੰਮ ਕਰਨੇ ਫਿਰ ਬਦਲਾ ਕਿੱਥੇ ਆ? ਪੰਜਾਬ ਦਾ ਧਨ ਗੁਜਰਾਤ ਵਿੱਚ ਤੇ ਹਿਮਾਚਲ 'ਚ ਕਿਉਂ ਖਰਚਿਆ ਜਾ ਰਿਹਾ? ਪੰਜਾਬ ਤਾਂ ਪਹਿਲਾਂ ਡਿਕਡੋਲੇ ਖਾ ਰਿਹਾ, ਕਰਜ਼ਾ ਗੋੜੇ ਗੋੜੇ ਸਿਰ ਤੇ। ਇਹ ਤੁਸੀਂ ਕਹਿ ਰਹੇ ਹੋ ਨਾ ਕਿ ਵੀ ਪਹਿਲੀ ਸਰਕਾਰ 'ਚ ਤਾਂ ਸਾਡੀ ਸਰਕਾਰ 'ਚ ਫਰਕ ਨਹੀਂ ਹੈ। ਫਰਕ ਇਹ ਆ ਕਿ ਸਾਡੀ ਸਰਕਾਰ ਜਿਹੜੀ ਉਹ ਕਰਕੇ ਦਿਖਾਉਂਦੀ ਆ। ਪਹਿਲੀਆਂ ਸਰਕਾਰਾਂ ਇਹ ਸੀ ਕਿ ਬਿਨਾਂ ਕੀਤੇ ਸਿਰਫ ਐਲਾਨ ਦੇ ਸਿਰ ਦੇ ਉੱਤੇ ਤੇ ਇਸ਼ਤਿਹਾਰਾਂ 'ਤੇ ਪੈਸਾ ਖਰਚਿਆ ਜਾਂਦਾ ਸੀ। ਅਸੀਂ ਜੋ ਵੀ ਕਰਦੇ ਉਹ ਕਰਕੇ ਦਿਖਾ ਕੇ ਉਸ ਤੋਂ ਬਾਅਦ ਇਸ਼ਤਿਹਾਰ ਲੱਗਦੇ ਆ, ਜਿਹੜੇ ਮੈਂ ਸਮਝਦੀ ਹਾਂ ਕਿ ਬਹੁਤ ਜ਼ਰੂਰੀ ਆ। ਇਸ਼ਤਿਹਾਰਾਂ ਤੋਂ ਬਿਨਾਂ ਸਰਕਾਰਾਂ ਨਹੀਂ ਆਪਣਾ ਰਿਪੋਰਟ ਨਹੀਂ ਪੇਸ਼ ਕਰ ਸਕਦੀਆਂ, ਸਰਕਾਰਾਂ ਲੋਕਾਂ ਨੂੰ ਇੰਪ੍ਰੈਸ ਨਹੀਂ ਕਰ ਸਕਦੀਆਂ, ਸਰਕਾਰਾਂ ਲੋਕਾਂ ਤੱਕ ਆਪਣੀਆਂ ਸਕੀਮਾਂ ਪਹੁੰਚਾ ਨਹੀਂ ਸਕਦੀਆਂ। ਇੱਕ ਜ਼ਰੀਆ ਨੇ ਇਸ਼ਤਿਹਾਰ ਜਿਹੜੇ ਆ ਕਿ ਜਿਹੜੀ ਸਕੀਮ ਆ ਉਹਨੂੰ ਹਰ ਇੱਕ ਇਨਸਾਨ ਤੱਕ ਪਹੁੰਚਾਇਆ ਜਾ ਸਕੇ। ਪਰ ਹਰਸਿਮਰਤ ਕੌਰ ਬਾਦਲ ਨੂੰ ਨਹੀਂ ਚੰਗਾ ਲੱਗ ਰਿਹਾ ਇਸ਼ਤਿਹਾਰਬਾਜ਼ੀ ਕਰਨੀ। ਉਹਨਾਂ ਨੇ ਕੱਲ੍ਹ ਬਿਆਨ ਦਿੱਤਾ ਕਿ ਫਾਲਤੂ ਦਾ ਪੈਸਾ ਸਾਡਾ ਬਰਬਾਦ ਕੀਤਾ ਜਾ ਰਿਹਾ ਪੰਜਾਬ ਦਾ।
ਉਹਨਾਂ ਤੋਂ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ। ਹੁਣ ਉਹਨਾਂ ਦੀ ਤਾਂ ਆਪਾਂ ਗੱਲ ਨਾ ਕਰੀਏ, ਜਿਹੜੇ ਲੋਕ ਕੰਸੀਡਰ ਹੀ ਨਹੀਂ ਹੁੰਦੇ, ਜਿਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੋਇਆ, ਉਹਨਾਂ ਵਾਸਤੇ ਅਸੀਂ ਆਪਣਾ ਟਾਈਮ ਕਿਉਂ ਵੇਸਟ ਕਰੀਏ। ਅੱਛਾ, ਦੂਸਰਾ ਮੁੱਦਾ ਜਿਹੜਾ ਬਹੁਤ ਭਖਿਆ ਹੋਇਆ 14 ਅਕਤੂਬਰ ਤੋਂ ਬਾਅਦ ਬਹਿਬਲ ਕਲਾਂ ਦੇ ਵਿੱਚ ਇਕੱਠ ਕੀਤਾ ਗਿਆ। 7 ਸਾਲ ਹੋ ਗਏ, ਕਿਸੇ ਸਰਕਾਰ ਨੇ ਬੇਅਦਬੀ ਦਾ ਇਨਸਾਫ ਜਿਹੜਾ ਹਾਲੇ ਤੱਕ ਸੰਗਤ ਨੂੰ ਨਹੀਂ ਦਿੱਤਾ। 3 ਸਰਕਾਰਾਂ ਬਦਲ ਗਈਆਂ, ਤੁਹਾਡੇ ਹੀ ਸਪੀਕਰ ਸਾਹਿਬ ਉੱਥੇ ਕਹਿੰਦੇ ਕਿ 1.5-2 ਮਹੀਨਾ ਖਲੋ ਜੋ, ਇਨਸਾਫ ਆਇਆ ਖੜਾ। ਉਸੇ ਸਟੇਜ ਤੇ ਤੁਹਾਡੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਤੁਹਾਡੀ ਸਰਕਾਰ ਦੇ ਖਿਲਾਫ ਵਰਦੇ ਨਜ਼ਰ ਆਏ, ਕਹਿੰਦੇ ਅਸਤੀਫਾ ਲੈ ਲਓ, ਐਮਐਲਏ ਕੀ ਚੀਜ਼ ਹੈ, ਕੀ ਗੱਲ ਉਹਨਾਂ ਦੀ ਸੁਣੀ ਨਹੀਂ ਜਾਂਦੀ? ਕੁੰਵਰ ਵਿਜੇ ਪ੍ਰਤਾਪ ਜੀ ਦਾ ਇਹ ਜਿਹੜਾ ਬਿਆਨ ਆ, ਇਹ ਉਹਨਾਂ ਦਾ ਨਿੱਜੀ ਵੀ ਆਪਾਂ ਕਹਿ ਸਕਦੇ ਹਾਂ, ਔਰ ਨਾਲ ਦੀ ਨਾਲ ਇਹ ਆ ਕਿ ਉਹਨਾਂ ਨੇ ਇਹਦੇ ਉੱਤੇ ਲੰਬੀ ਚੌੜੀ ਤਫਤੀਸ਼ ਕੀਤੀ ਹੋਈ ਹੈ। ਉਹਨਾਂ ਨੂੰ ਪਾਰਟੀ ਨਾਲੋਂ ਜ਼ਿਆਦਾ ਦੁੱਖ ਹੈ ਇਕੱਲਿਆਂ ਨੂੰ? ਜਿਹਨੇ ਜਿਸ ਮੁੱਦੇ ਦੇ ਉੱਤੇ ਕੰਮ ਕੀਤਾ ਹੋਵੇ, ਉਹ ਥੋੜਾ ਉਹਦੇ ਨਾਲੋਂ ਵੱਧ ਮਹਿਸੂਸ ਕਰਦਾ ਆ ਕਿ ਮੈਨੂੰ ਜ਼ਿਆਦਾ ਪਤਾ, ਮੇਰੀ ਮਿਹਨਤ ਕੀਤੀ ਹੋਈ ਹੈ। ਪਰ ਜੇ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਨੇ ਕਿਹਾ ਉੱਥੇ ਕਿ ਮੁੱਦਾ ਜਿਹੜਾ 1.5-2 ਮਹੀਨੇ ਦੇ ਵਿੱਚ ਹੱਲ ਹੋਏਗਾ, ਇਟ ਮੀਨਸ ਕਿ ਉਹਨਾਂ ਨੇ ਸੀਐਮ ਸਾਹਿਬ ਨਾਲ ਸਲਾਹ ਮਸ਼ਵਰਾ ਕਰਕੇ ਉੱਥੇ ਪੰਜਾਬ ਦੇ ਲੈਵਲ ਤੇ ਨਹੀਂ, ਪੂਰੀ ਦੁਨੀਆ ਦੇ ਲੈਵਲ ਤੇ ਜਿੱਥੇ ਗੱਲ ਜਾਣੀ ਆ, ਇਟ ਮੀਨਸ ਕਿ ਉਹਨਾਂ ਨੇ ਉੱਥੇ ਜਿਹੜਾ ਬਿਆਨ ਆਪਣਾ ਦਿੱਤਾ ਉਹ ਬਹੁਤ ਜ਼ਿੰਮੇਵਾਰੀ ਨਾਲ ਦਿੱਤਾ। ਔਰ ਇਹਦਾ ਅਸੀਂ ਵੀ ਆਸ ਕਰ ਸਕਦੇ ਹਾਂ, ਪੂਰਾ ਪੰਜਾਬ ਇਹ ਆਸ ਕਰੇ, ਪੂਰੀ ਦੁਨੀਆ ਇਹ ਆਸ ਕਰੇ ਕਿ ਜੇ ਉਹਨਾਂ ਨੇ ਕਹਿ ਦਿੱਤਾ ਤੇ ਮੁੱਦਾ ਜ਼ਰੂਰ 1.5-2 ਮਹੀਨੇ ਦੇ ਵਿੱਚ ਹੱਲ ਹੋਏਗਾ। ਚਲੋ ਅਸੀਂ 1.5-2 ਮਹੀਨੇ ਵੇਟ ਕਰਦੇ ਹਾਂ, ਫਿਰ ਤੁਹਾਨੂੰ ਇੱਥੇ ਬਿਠਾ ਕੇ ਪੁੱਛਾਂਗੇ ਅਸੀਂ। ਸ਼ੋਰ। ਅੱਛਾ, ਅਗਲੀ ਗੱਲ ਕਰਦੇ ਹਾਂ। ਲੋਕਾਂ 'ਚ ਇਹ ਗੱਲ ਹੈ ਕਿ ਭਗਵੰਤ ਮਾਨ ਪਹਿਲਾਂ ਕਹਿੰਦੇ ਸੀ ਅਸੀਂ ਤਾਂ ਆਮ ਇਨਸਾਨ ਆ, ਹੁਣ ਵੀਆਈਪੀ ਤੋਂ ਵੀਵੀਆਈਪੀ ਹੋ ਗਏ। ਕੈਪਟਨ ਦੇ ਕਾਫਲੇ 'ਚ 33 ਗੱਡੀਆਂ ਸੀ, ਪ੍ਰਕਾਸ਼ ਸਿੰਘ ਬਾਦਲ ਦੇ ਕਾਫਲੇ 'ਚ 33 ਗੱਡੀਆਂ ਸੀ, ਭਗਵੰਤ ਮਾਨ 42 ਗੱਡੀਆਂ ਲਈ ਫਿਰਦੇ ਨੇ। ਤੇ ਵਿਰੋਧੀ ਕਹਿੰਦੇ ਨੇ ਵੀ ਉਦੋਂ ਇਹ ਕਹਿੰਦੇ ਸੀ ਜਿਹੜੇ ਲੋਕਾਂ 'ਚ ਨਹੀਂ ਜਾ ਸਕਦੇ ਉਹ ਮੁਰਗੀਖਾਨਾ ਖੋਲ੍ਹੋ। ਸੁਖਪਾਲ ਸਿੰਘ ਖਹਿਰਾ ਕਹਿੰਦੇ ਇਹਨਾਂ ਨੇ ਮੁਰਗੀਖਾਨਾ ਕਦੋਂ ਖੋਲ੍ਹਣਾ? ਹੁਣ ਇਹਦੇ ਤੇ ਤੁਸੀਂ ਮੇਰੀ ਇਹ ਗੱਲ ਹੈ ਕਿ ਵੀ ਜਿੰਨੇ ਤਾਂ ਕੰਮ ਕਰਨਾ ਉਹਨੂੰ ਗੱਡੀਆਂ ਵੀ ਚਾਹੀਦੀਆਂ, ਉਹਨੂੰ ਪਰਸਨਲ ਹੈਲੀਕਾਪਟਰ ਵੀ ਚਾਹੀਦੇ ਆ, 42 ਕਿਉਂ? ਉਹਨੂੰ ਹੋਰ ਵੀ ਬੜਾ ਕੁਝ ਚਾਹੀਦਾ। ਉਹਨਾਂ ਦੀ ਇੱਕ ਲੱਤ ਇੱਥੇ, ਦੂਸਰੀ ਲੱਤ ਉਹਨਾਂ ਦੀ ਅੰਮ੍ਰਿਤਸਰ ਤੇ, ਤੀਸਰੀ ਚੰਡੀਗੜ੍ਹ ਤੇ, ਚੌਥੀ ਨਾਲ ਦੀ ਨਾਲ ਬਠਿੰਡੇ। ਜਿਹਨੇ ਲਗਾਤਾਰ ਕੰਮ ਕਰਨਾ, ਕੀ ਪਤਾ ਉਹਨਾਂ ਦੀ ਕੀ ਸਿਚੁਏਸ਼ਨ, ਕਿਸ ਹਿਸਾਬ ਦੇ ਨਾਲ ਉਹ ਆਪਣੇ ਸਾਰੇ ਅਮਲੇ ਫੈਲੇ ਨੂੰ ਡਿਵਾਈਡ ਕਰਦੇ ਆ। ਜਿਨ੍ਹਾਂ ਨੇ ਕੰਮ ਹੀ ਨਹੀਂ ਕਰਨੇ, ਜਿਨ੍ਹਾਂ ਨੇ ਮਹਿਲਾਂ ਚੋਂ ਨਹੀਂ ਨਿਕਲਣਾ, ਉਹਨਾਂ ਨੂੰ ਗੱਡੀਆਂ ਹੋਣ ਜਾਂ ਨਾ ਹੋਣ, ਜਾਂ ਘੱਟ ਹੋਣ ਜਾਂ ਵੱਧ ਹੋਣ, ਕੀ ਫਰਕ ਪੈਂਦਾ? ਪਰ ਆਵਾਮ 'ਚ ਗੱਲ ਹੈ, ਮੈਂ ਕਹਿਣੀ ਕਥਨੀ 'ਚ ਫਰਕ ਹੈ। ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਪੰਜਾਬ ਦੇ ਸੀਐਮ ਨੇ ਜਿਹੜੇ ਦਿਨ ਰਾਤ ਕੰਮ ਕਰਨ ਲੱਗੇ ਹੋਏ ਆ, ਉਹਨਾਂ ਦੇ ਗੱਡੀਆਂ ਤੇ ਕਾਫਲੇ ਦੇ ਉੱਤੇ ਆਮ ਆਦਮੀ ਪਾਰਟੀ ਜਿੰਨੀ ਮੈਜੋਰਟੀ ਦੇ ਨਾਲ ਆਈ ਆ, ਉਹਨਾਂ ਦਾ ਕੋਈ ਕਿੰਤੂ ਪ੍ਰੰਤੂ ਨਹੀਂ ਹੈ। ਵਿਰੋਧੀਆਂ ਕੋਲ ਕੰਮ ਹੀ ਕੋਈ ਨਹੀਂ ਹੈ ਕਰਨ ਵਾਸਤੇ, ਉਹ ਭਗਵੰਤ ਮਾਨ ਦੀਆਂ ਗੱਡੀਆਂ ਗਿਣਦੇ ਨੇ ਬੈਠੇ। ਚਲੋ ਸਿਕਿਉਰਿਟੀ ਦੀ ਗੱਲ ਚੱਲੀ ਹੈ ਤਾਂ ਸਿਕਿਉਰਿਟੀ ਦੀ ਗੱਲ ਕਰ ਲਈਏ। ਜਦੋਂ ਕਾਂਗਰਸੀਆਂ ਦੀ ਸੁਰੱਖਿਆ ਘਟਾਈ ਗਈ ਆਮ ਆਦਮੀ ਪਾਰਟੀ ਵੱਲੋਂ, ਤੇ ਉਹ ਜਿਹੜੀ ਚੀਜ਼ ਹੈ ਉਹ ਲੀਕ ਆਊਟ ਹੋ ਗਈ ਮੀਡੀਆ ਦੇ ਵਿੱਚ ਕਿ ਫਲਾਣੇ ਕੋਲੋਂ ਇੰਨੀਆਂ ਗੱਡੀਆਂ ਅਸੀਂ ਵਾਪਸ ਲੈ ਲਈਆਂ, ਇੰਨੇ ਮੁਲਾਜ਼ਮ ਅਸੀਂ ਵਾਪਸ ਲੈ ਲਏ। ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਕਤਲकांड ਵਾਪਰਦਾ। ਮੈਂ ਇਹ ਗੱਲ ਪੁੱਛਦੀ ਹਾਂ ਤੁਹਾਨੂੰ ਕਿ ਕਿਉਂ ਦੱਸਣਾ ਪੈ ਗਿਆ ਸਾਨੂੰ ਲੋਕਾਂ ਨੂੰ? ਉਹ ਬੱਲੇ ਬੱਲੇ ਜਿਹੜੀ ਸੀ ਅਸੀਂ ਲੋਕਾਂ ਤੋਂ ਕਰਾਈ, ਸਾਨੂੰ ਪਚੀ ਕਿਉਂ ਨਹੀਂ ਸਿਕਿਉਰਿਟੀ ਘਟਾਉਣ ਵਾਲੀ ਗੱਲ? ਇਹਨੂੰ ਆਪਾਂ ਇਦਾਂ ਨਹੀਂ ਲੈ ਸਕਦੇ, ਕਿਉਂਕਿ ਜਿਹੜਾ ਕੰਮ ਜ਼ਿੰਦਗੀ 'ਚ ਕਦੀ ਹੋਇਆ ਹੀ ਨਾ ਹੋਵੇ, ਜਿਹੜਾ 17-75 ਸਾਲਾਂ ਦਾ ਟ੍ਰੈਂਡ ਚੱਲਿਆ ਹੋਵੇ, ਜਿਹਦੇ ਵਿੱਚ ਲੋਕਾਂ ਨੇ ਰਹਿਣਾ ਆਪਣਾ ਇੱਕ ਕੰਫਰਟ ਜ਼ੋਨ ਬਣਾ ਲਿਆ ਹੋਵੇ, ਅਕਾਲੀਆਂ ਕਾਂਗਰਸੀਆਂ ਨੇ, ਕਿ ਇੰਨੀ ਸਿਕਿਉਰਿਟੀ ਬਿਨਾਂ ਸਾਡੀ ਇੱਜ਼ਤ ਮਾਣ ਹੀ ਨਹੀਂ ਬਣਦੀ। ਉਹ ਜਦੋਂ ਸਿਕਿਉਰਿਟੀ ਘਟਦੀ ਆ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਸਰਕਾਰ ਨੇ ਲੀਕ ਆਊਟ ਕਰ ਦਿੱਤੀ। ਇਹ ਇਹਨਾਂ ਲੋਕਾਂ ਨੇ ਖੁਦ ਹੀ ਲੀਕ ਆਊਟ ਕੀਤੀ ਔਰ ਖੁਦ ਹੀ ਲੀਕ ਆਊਟ ਕਰਕੇ ਦੁਬਾਰਾ ਸਿਕਿਉਰਿਟੀ ਲੈਣ ਦੇ ਬਹਾਨੇ ਬਣਾ ਲਿਆ। ਨੋ ਡਾਊਟ ਬਹੁਤ ਸੰਜੀਦਾ ਮੁੱਦਾ ਸਿੱਧੂ ਮੂਸੇਵਾਲੇ ਦਾ। ਬਹੁਤ ਵੱਡੀ ਗੱਲ ਇਹ ਕਿ ਇੱਕ ਮਾਂ ਬਾਪ ਦਾ ਪੁੱਤਰ ਚਲਿਆ ਗਿਆ। ਬਹੁਤ ਸਾਰੀਆਂ ਕੁਤਾਹੀਆਂ ਉਹਨਾਂ ਦੀ ਆਪਣੀ ਸਿਕਿਉਰਿਟੀ ਦੇ ਵਿੱਚ ਆਪਣੇ ਵੱਲੋਂ ਵੀ ਰਹੀਆਂ ਹੋਣਗੀਆਂ ਕਿ ਜਿਹਦਾ ਕਰਕੇ ਉਹ ਇਕੱਲੇ ਘਰੋਂ ਨਿਕਲੇ ਤੇ ਇਹ ਹਾਦਸਾ ਵਾਪਰਿਆ। ਪਰ ਜੇ ਪੋਲੀਟੀਕਲ ਬੰਦਿਆਂ ਦੀ ਗੱਲ ਕਰੀਏ ਤੇ ਇਹ ਉਹਨਾਂ ਦੇ ਆਪਣੇ ਹੀ ਫੈਲਾਏ ਹੋਏ ਜਾਲ ਸੀਗੇ ਜਿਹੜੇ ਜਿਨ੍ਹਾਂ ਦੇ ਵਿੱਚ ਉਹ ਫਸੇ ਤੇ ਦੁਬਾਰਾ ਤੋਂ ਸਰਕਾਰ ਨੂੰ ਉਹਨਾਂ ਨੂੰ ਸਿਕਿਉਰਿਟੀ ਦੇਣੀ ਪੈ ਗਈ। ਪਰ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਘਿਰਦੀ ਨਜ਼ਰ ਆ ਰਹੀ ਹੈ ਮੂਸੇਵਾਲਾ ਦੀ ਜਾਂਚ ਨੂੰ ਲੈ ਕੇ ਕਿ ਜਿਸ ਲੈਵਲ ਦਾ ਇਨਸਾਫ ਹੁਣ ਤੱਕ ਉਹਦੇ ਮਾਪਿਆਂ ਨੂੰ ਮਿਲ ਜਾਣਾ ਚਾਹੀਦਾ ਸੀ ਉਹ ਨਹੀਂ ਮਿਲਿਆ। ਲੋਕਾਂ 'ਚ ਗੱਲ ਚੱਲ ਰਹੀ ਹੈ ਕਿ ਇਨਸਾਫ ਡਿਲੇ ਹੋ ਰਿਹਾ। ਮੈਂ ਪਿਛਲੇ 20 ਸਾਲ ਤੋਂ ਰਾਜਨੀਤੀ ਦੇ ਵਿੱਚ ਹਾਂ। ਮੈਂ ਕਦੀ ਵੀ ਕਿਸੇ ਮੁੱਦੇ ਨੂੰ, ਕਦੀ ਕਿਸੇ ਕਤਲ ਨੂੰ ਇੰਨੀ ਤੇਜ਼ੀ ਦੇ ਨਾਲ ਇਨਵੈਸਟੀਗੇਸ਼ਨ ਮੈਂ ਅੱਜ ਤੱਕ ਨਹੀਂ ਦੇਖੀ। ਤੁਸੀਂ ਵੀ ਲੱਖਾਂ ਇੰਟਰਵਿਊ ਹੁਣ ਤੱਕ ਕਰ ਦਿੱਤੀਆਂ ਹੋਣੀਆਂ। ਕੀ ਕਦੀ ਇਹੋ ਜਿਹੇ ਮੁੱਦੇ, ਸੰਜੀਦਾ ਮੁੱਦੇ ਤੇ ਇੰਨੀ ਜਲਦੀ ਕੋਈ ਗ੍ਰਿਫਤਾਰੀਆਂ ਹੋਈਆਂ? ਕਿੱਥੇ ਤੱਕ ਕੇਸ ਪਹੁੰਚ ਗਿਆ? ਕਿੰਨੀਆਂ ਉਹਦੇ ਵਿੱਚ ਹੁਣ ਤੱਕ ਗ੍ਰਿਫਤਾਰੀਆਂ? ਕਿੰਨੇ ਲੋਕ ਜਿਹੜੇ ਵਾਂਟਡ ਸੀ ਉਹ ਲੈ ਗਏ ਆ? ਕਈ ਵਾਰੀ ਮੁੱਦੇ ਜਿਹੜੇ ਉਹ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਦੇ ਇਹਦੇ ਵਿੱਚ ਲੋਕ ਇਨਵੋਲਵ ਹੋ ਜਾਂਦੇ ਆ। ਇਹੋ ਜਿਹੀਆਂ ਚੀਜ਼ਾਂ ਨੂੰ ਲੀਕ ਵੀ ਨਹੀਂ ਕੀਤਾ ਜਾ ਸਕਿਆ। ਪਰ ਮੈਨੂੰ ਲੱਗਦਾ ਕਿ ਸਰਕਾਰ ਨੇ ਬਹੁਤ ਕਾਮਯਾਬੀ ਦੇ ਨਾਲ ਇਸ ਮੁੱਦੇ ਨੂੰ ਹੱਲ ਕੀਤਾ ਔਰ ਹੱਲ ਕਰਨ ਵੱਲ ਅੱਗੇ ਵੀ ਵੱਧ ਰਹੀ ਹੈ ਔਰ ਨੋ ਡਾਊਟ ਇਹ ਹੱਲ ਵੀ ਹੋ ਜਾਏਗਾ। ਚਲੋ ਟਰਾਂਸਪੋਰਟੇਸ਼ਨ ਵੱਲ ਆਉਂਦੇ ਆ। ਟਰਾਂਸਪੋਰਟੇਸ਼ਨ ਦਾ ਬਹੁਤ ਬੁਰਾ ਹਾਲ ਹੈ। ਜੇ ਮੈਂ ਪੀਆਰਟੀਸੀ ਦੀ ਗੱਲ ਕਰਾਂ ਤਾਂ 200 ਕਰੋੜ ਦਾ ਬਕਾਇਆ ਖੜਾ। ਪਨਬਸ ਦੀ ਗੱਲ ਕਰਾਂ ਤਾਂ 100 ਕਰੋੜ ਦਾ ਜਿਹੜਾ ਬਕਾਇਆ ਖੜਾ, ਟੋਟਲ 300 ਕਰੋੜ। ਜਿਹੜਾ ਮਜੀਠੀਆ ਨਾ ਉਹ ਕਹਿ ਰਿਹਾ ਕਿ ਦੀਵਾਲੀ ਆ ਗਈ ਆ ਤੇ ਜਿਹੜੀ ਇਹਨਾਂ ਦੀ ਸਰਕਾਰ ਹੈ ਉਹ ਮੁਲਾਜ਼ਮਾਂ ਨੂੰ
ਤੱਕ ਰਹੀ ਹੈ ਹਨੇਰੇ ਵੱਲ। ਕੀ ਗੱਲ, ਜਦੋਂ ਸੱਤਾ ਤੋਂ ਬਾਹਰ ਸੀ ਮੁਲਾਜ਼ਮਾਂ ਦੀ ਫਿਕਰ ਬੜੀ ਸੀ, ਹੁਣ ਕੀ ਗੱਲ ਉਹਨਾਂ ਦੇ ਜਿਹੜੇ ਚੁੱਲ੍ਹੇ ਨੇ ਉਹਨਾਂ ਦੀ ਫਿਕਰ ਨਹੀਂ ਆਮ ਆਦਮੀ ਪਾਰਟੀ ਨੂੰ? ਬਹੁਤ ਫਿਕਰ ਆ, ਸਭ ਦੀ ਫਿਕਰ ਆ, ਮੁਲਾਜ਼ਮਾਂ ਦੀ ਫਿਕਰ ਆ, ਮਜ਼ਦੂਰਾਂ ਦੀ ਫਿਕਰ ਆ, ਹਰ ਇੱਕ ਦੀ ਫਿਕਰ ਆ। ਔਰ ਉਸੇ ਫਿਕਰ ਦੇ ਚੱਲਦੇ ਜਿੰਨੀ ਕਾਮਯਾਬੀ ਦੇ ਨਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਸਰਕਾਰ ਨੂੰ ਚਲਾ ਰਹੇ ਆ, ਜਿੰਨੀ ਕਾਮਯਾਬੀ ਦੇ ਨਾਲ ਹਰ ਇੱਕ ਇਨਸਾਨ ਦੀ ਸੁਣਵਾਈ ਹੋ ਰਹੀ ਆ ਔਰ ਉਹਦੇ ਹਰ ਇੱਕ ਦੇ ਮੁੱਦੇ ਹੱਲ ਹੋ ਰਹੇ ਨੇ, ਉਸ ਹਿਸਾਬ ਦੇ ਨਾਲ ਜੇ ਅਸੀਂ ਟਰਾਂਸਪੋਰਟ ਦੀ ਗੱਲ ਕਰੀਏ ਤੇ ਟਰਾਂਸਪੋਰਟ ਤਾਂ ਇਸ ਵੇਲੇ 6 ਮਹੀਨੇ ਦੇ ਵਿੱਚ ਉਹਨੇ 608 ਕਰੋੜ ਦਾ ਰੈਵਨਿਊ ਇਕੱਠਾ ਕੀਤਾ, ਜਿਹੜਾ ਕਿ ਇਹ ਜੇ ਇੰਨਾ ਰੈਵਨਿਊ ਇਹਨਾਂ ਕੋਲ ਸਾਲ ਦੇ ਵਿੱਚ ਇਕੱਠਾ ਨਹੀਂ ਸੀ ਹੁੰਦਾ। ਜੇ ਇੰਨਾ ਰੈਵਨਿਊ ਇਕੱਠਾ ਕਰ ਲਿਆ ਤੇ ਤੁਸੀਂ ਇਹ ਤਾਂ ਕਿਵੇਂ ਆਪਾਂ ਸਮਝ ਸਕਦੇ ਹਾਂ ਕਿ ਜੀ ਇਹ ਜਿਹੜਾ ਹੈਗਾ ਉਹ ਘਾਟੇ ਵਿੱਚ ਚੱਲ ਰਹੀਆਂ ਜਿਹੜੀ ਟਰਾਂਸਪੋਰਟ ਕੰਪਨੀ ਉਹਨੂੰ ਪੈਰਾਂ ਤੇ ਨਹੀਂ ਲੈਂਦਾ। ਪੈਰਾਂ ਤੇ ਲਿਆਉਣ ਵਾਸਤੇ ਤਾਂ ਸਾਰਾ ਪੰਜਾਬ ਪਿਆ, ਹਰ ਇੱਕ ਡਿਪਾਰਟਮੈਂਟ ਘਾਟੇ ਵਿੱਚ ਜਾਂਦਾ ਸੀ, ਡਿਪਾਰਟਮੈਂਟ ਖਤਮ ਹੋਣ ਦੇ ਕੰਢੇ ਚਲੇ ਗਏ, 52 ਦੇ 52 ਮਹਿਕਮੇ ਨਿਲਾਮ ਕੀਤੇ ਪਏ ਸੀ, ਪਰ ਕੱਲਾ ਕਰਕੇ ਜਿਹੜਾ ਉਹ ਪੈਰਾਂ ਤੇ ਆ ਰਹੇ ਆ, ਇਹ ਵੀ ਮਹਿਕਮੇ ਪੈਰਾਂ ਤੇ ਆਉਣਗੇ। ਤੁਸੀਂ ਵੀ ਸਾਨੂੰ ਸਮਾਂ ਦਿਓ ਕਿ ਵੀ ਅਸੀਂ ਇਹਨਾਂ ਨੂੰ ਪੈਰਾਂ ਤੇ ਲਿਆ ਕੇ ਤੁਹਾਨੂੰ ਕੋਈ ਇਹੋ ਜਿਹੀ ਪ੍ਰੋਗਰੈਸ ਵੀ ਦਿਖਾਈਏ ਜਿਹੜੀ ਤੁਹਾਡੇ ਸਾਹਮਣੇ ਆਏ। ਰੈਵਨਿਊ ਦੇਖੋ ਤੁਸੀਂ, ਹਰ ਇੱਕ ਮਹਿਕਮਾ ਜਿਹੜਾ ਉਹ ਤੁਹਾਨੂੰ ਸਾਨੂੰ ਸਾਲ ਜਿੰਨਾ ਰੈਵਨਿਊ 6 ਮਹੀਨੇ ਦੇ ਵਿੱਚ ਦੇ ਰਿਹਾ। ਇਹ ਇੱਕ ਮਤਲਬ ਪੰਜਾਬ ਦੇ ਲਈ ਇੱਕ ਸੁਨਹਿਰੀ ਯੁੱਗ ਦੀ ਸ਼ੁਰੂਆਤ ਆ ਕਿ ਜਿਹੜਾ ਪੈਸਾ ਸਾਰਾ ਦਾ ਸਾਰਾ ਜਿਹੜਾ ਉਹ ਪੋਲੀਟੀਕਲ ਬੰਦਿਆਂ ਦੀਆਂ ਜੇਬਾਂ 'ਚ ਜਾਂਦਾ ਸੀ, ਉਹ ਸਾਰਾ ਪੈਸਾ ਹੁਣ ਸਰਕਾਰ ਦੇ ਖਾਤੇ 'ਚ ਆ ਰਿਹਾ। ਤੇ ਅਸੀਂ ਜਿਹੜੀ ਮੁਫਤ ਸਫ਼ਰ ਦੀ ਸਹੂਲਤ ਸ਼ੁਰੂ ਕੀਤੀ ਸੀ ਕਾਂਗਰਸ ਸਰਕਾਰ ਨੇ, ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਟਰਾਂਸਪੋਰਟੇਸ਼ਨ ਦਾ ਬੁਰਾ ਹਾਲ ਕਰਨ 'ਚ ਉਹਦਾ ਵੀ ਇੱਕ ਹੱਥ ਹੈ? ਮੈਂ ਇਹਦੇ ਤੇ ਮੈਂ ਗੱਲ ਵੀ ਕਰਨਾ ਚਾਹੁੰਦੀ ਹਾਂ, ਮੈਂ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਵੀ ਗੱਲ ਕਰਨਾ ਚਾਹੁੰਦੀ ਹਾਂ, ਮੈਂ ਆਉਣ ਵਾਲੇ ਟਾਈਮ 'ਚ ਕਰੂੰਗੀ ਵੀ। ਮੈਂ ਸੀਐਮ ਸਾਹਿਬ ਦੇ ਨਾਲ ਵੀ ਇਹ ਗੱਲ ਕਰਨਾ ਚਾਹੁੰਦੀ ਹਾਂ ਕਿ ਬਜਾਏ ਇਸ ਤੇ ਕਿ ਅਸੀਂ ਔਰਤਾਂ ਨੂੰ ਮੁਫਤ ਸਫ਼ਰ ਕਰਵਾਈਏ, ਮੈਨੂੰ ਲੱਗਦਾ ਕਿ ਸਾਨੂੰ ਸਟੂਡੈਂਟਸ ਨੂੰ ਜਿਹੜੇ ਨਾ ਪਾਸ ਹਰ ਇੱਕ ਬੱਸ ਦੇ ਵਿੱਚ ਹੋਣਾ ਚਾਹੀਦਾ। ਜਿਹੜੇ ਸਾਡੇ ਸਟੂਡੈਂਟ ਨੇ ਸਾਰੇ, ਉਹਨਾਂ ਨੂੰ ਪ੍ਰਾਈਵੇਟ ਹੋਣ ਜਾਂ ਸਰਕਾਰੀ ਹੋਣ, ਹਰ ਇੱਕ ਬੱਸ ਦਾ ਉਹਨਾਂ ਦਾ ਪਾਸ ਹੋਣਾ ਚਾਹੀਦਾ। ਔਰ ਜਿਵੇਂ ਸਟੂਡੈਂਟ ਸਾਡੇ ਸਵੇਰ ਨੂੰ ਪ੍ਰਾਈਵੇਟ ਬੱਸਾਂ ਕਈ ਵਾਰੀ ਉਹਨਾਂ ਨੂੰ ਖਰਾਬ ਕਰਦੀਆਂ, ਇਹਦੇ ਨਾਲੋਂ ਉਹਨਾਂ ਦੀਆਂ ਮਾਵਾਂ ਨੂੰ ਮੁਫਤ ਸਫ਼ਰ ਦੀ ਬਜਾਏ ਜੇ ਉਹਨਾਂ ਦੇ ਬੱਚਿਆਂ ਨੂੰ ਇਹ ਸਹੂਲਤ ਦਿੱਤੀ ਜਾਵੇ ਤੇ ਮਾਵਾਂ ਵੀ ਖੁਸ਼ ਹੋਣਗੀਆਂ ਔਰ ਸਾਡੇ ਸਟੂਡੈਂਟ ਆ ਉਹ ਵੀ ਜਿਹੜੇ ਸਕੂਲ ਤੇ ਕਾਲਜ ਦੇ ਵਿੱਚ ਟਾਈਮ ਨਾਲ ਪਹੁੰਚ ਸਕਣਗੇ। ਅੱਛਾ, ਮੰਨ ਲਓ ਵੀ ਤੁਸੀਂ ਇਹ ਗੱਲ ਕੀਤੀ ਤੇ ਮਾਨ ਸਾਹਿਬ ਨੇ ਸੁਣ ਲਈ ਤੇ ਸਟੂਡੈਂਟਸ ਨੂੰ ਮਿਲ ਗਏ ਪਾਸ, ਪਰ ਬੱਸਾਂ ਵਾਲੇ ਜੇ ਉੱਥੇ ਬੱਸ ਹੀ ਨਹੀਂ ਰੋਕਣਗੇ, ਸਟੂਡੈਂਟਸ ਖੜੇ ਰਹਿ ਜਾਣਗੇ, ਫਿਰ ਉਹਦੇ ਵਾਸਤੇ ਕੀ ਪਲਾਨ ਆ? ਉਹੀ ਤਾਂ ਕਰਨਾ ਨਾ, ਇਹੀ ਹੋ ਰਿਹਾ ਪਹਿਲਾਂ, ਇਹੀ ਤਾਂ ਕਰਨਾ। ਫਿਰ ਜਦੋਂ ਸਰਕਾਰ ਦੀ ਨੋਟੀਫਿਕੇਸ਼ਨ ਹੋਊਗੀ, ਜਦੋਂ ਮਾਨ ਸਾਹਿਬ ਦੇ ਹੁਕਮ ਹੋਣਗੇ ਤਾਂ ਫਿਰ ਇਹ ਸਭ ਕੁਝ ਹੋਏਗਾ, ਜ਼ਰੂਰ ਹੋਏਗਾ। ਅੱਛਾ, ਅਮਨ ਅਰੋੜਾ ਸਾਹਿਬ ਨੇ ਬੜਾ ਲੰਬਾ ਚੌੜਾ ਰਿਪੋਰਟ ਕਰ ਦਿੱਤਾ ਵੀ 7 ਮਹੀਨਿਆਂ 'ਚ ਅਸੀਂ ਆ ਕੀਤਾ ਹੈ। ਜ਼ੀਰੋ ਟੋਲਰੈਂਸ ਦੀ ਜਿਹੜੀ ਆ ਅਸੀਂ ਨੀਤੀ ਅਪਣਾਈ ਹੈ। ਕੀ ਜ਼ੀਰੋ ਟੋਲਰੈਂਸ ਸਿਰਫ ਕਾਂਗਰਸੀ ਮੰਤਰੀਆਂ ਲਈ ਸੀ? ਆਪਣੇ ਫੌਜਾ ਸਿੰਘ ਸਰਾੜੀ ਉੱਦਾਂ ਤੁਰੇ ਫਿਰਦੇ ਨੇ, ਗੁਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਨੇ ਉਹਨਾਂ ਤੇ 2 ਵਿਆਹਾਂ ਵਾਲਾ ਰੌਲਾ ਚੱਲ ਰਿਹਾ, ਉੱਤੇ ਕਿਸੇ ਦਾ ਕੋਈ ਬਿਆਨ ਨਹੀਂ ਆਇਆ। ਕੀ ਗੱਲ, ਆਪਣੇ ਵਾਲੀ ਜ਼ੀਰੋ ਟੋਲਰੈਂਸ ਕਿੱਥੇ ਗਈ? ਇਹਦੇ ਤੇ ਮਾਨ ਸਾਹਿਬ ਨੇ ਬਿਆਨ ਦੇ ਦਿੱਤਾ ਸੀ, ਬੜੀ ਤੁਸੀਂ ਸੁਣਿਆ ਹੋਏਗਾ ਕਿ ਉਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਹੈ ਫੌਜਾ ਸਿੰਘ ਸਰਾਰੀ ਦੀ ਸ਼ੁਰੂ ਕੀਤੀ ਹੋਈ ਆ ਔਰ ਜਦੋਂ ਇਨਵੈਸਟੀਗੇਸ਼ਨ ਪੂਰੀ ਹੋ ਜਾਊਗੀ ਤੇ ਬਿਨਾਂ ਸ਼ੱਕ ਕਾਰਵਾਈ ਵੀ ਹੋਏਗੀ ਜੇ ਉਹਦੇ ਵਿੱਚ ਦੋਸ਼ੀ ਪਾਏ ਜਾਂਦੇ ਆ। ਔਰ ਇਹ ਤੁਸੀਂ ਨਹੀਂ ਕਹਿ ਸਕਦੇ ਕਿ ਵੀ ਜੇ ਸਿਰਫ ਕਾਂਗਰਸੀਆਂ ਤੇ ਚੱਲ ਰਹੀ ਹੈ, ਇਹ ਵੱਖਰੀ ਗੱਲ ਆ। ਪਰ ਅਸੀਂ ਅਕਾਲੀ ਕਿਸੇ ਦਾ ਨਾਂ ਨਹੀਂ ਸੁਣਿਆ। ਇਹ ਵੱਖਰੀ ਗੱਲ ਆ ਕਿ ਕਾਂਗਰਸੀਆਂ ਦੇ ਜਿਹੜੇ ਹੈਗੇ ਨਾ ਉਹ ਇੱਦਾਂ ਭਰ ਚੁੱਕੇ ਆ ਉਹਨਾਂ ਦੇ ਭਾਂਡੇ ਕਿ ਵੀ ਉਛਲ ਕੇ ਬਾਹਰ ਆਉਂਦੇ ਆ। ਔਰ ਜਿਹੜੇ ਦੂਸਰੇ ਆ ਉਹਨਾਂ ਦੇ ਵਿੱਚ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਕਿ ਸਿੰਚਾਈ ਘੁਟਾਲਾ ਇੱਕ ਬਹੁਤ ਵੱਡਾ ਪੰਜਾਬ ਦਾ ਸਿੰਚਾਈ ਘੁਟਾਲਾ ਜਿਹੜਾ ਜੋ ਜਨਵੇਸ਼ਰ ਸਿੰਘ ਸੇਖੋਂ ਸਾਹਮਣੇ ਆ ਰਹੇ ਆ, ਫਿਰ ਸ਼ਰਨਜੀਤ ਸਿੰਘ ਢਿੱਲੋਂ, ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਅਕਾਲੀਆਂ ਦੀਆਂ ਲਾਈਨਾਂ ਵੀ ਦੇਖੋਗੇ। ਔਰ ਅਸੀਂ ਤਾਂ ਹਜੇ ਤਾਂ ਸਿਰਫ 6 ਮਹੀਨੇ ਹੋਏ ਨੇ ਔਰ ਇੱਥੇ ਤਾਂ ਅੰਬਾਰ ਲੱਗੇ ਪਏ ਨੇ। 6 ਮਹੀਨਿਆਂ ਦੇ ਵਿੱਚ ਤੁਸੀਂ 220 ਅਧਿਕਾਰੀਆਂ, ਪੋਲੀਟੀਕਲ ਪਰਸਨਸ ਤੇ ਹੋਰਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਹੋਏ ਆ। ਇਹ ਕੋਈ ਛੋਟੀ ਗੱਲ ਨਹੀਂ ਹੈ। ਤੇ ਆਉਣ ਵਾਲੇ ਟਾਈਮ ਦੇ ਵਿੱਚ ਸਭ ਇਹ ਜਿਹੜੇ ਹਮਾਮ ਦੇ ਵਿੱਚ ਨੰਗੇ ਨੇ ਸਭ ਸਾਹਮਣੇ ਆਉਣਗੇ। ਅਮਨ ਅਰੋੜਾ ਹੋਰੀ ਕਹਿੰਦੇ ਧਰਨਾ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ। ਜਦੋਂ ਤਾਂ ਸੱਤਾ ਤੋਂ ਬਾਹਰ ਸੀ ਉਦੋਂ ਤਾਂ ਧਰਨੇ ਵਾਲੇ ਦੇ ਵਿੱਚ ਬਹਿ ਜਾਂਦੇ ਸੀ ਜਾ ਕੇ, ਹੁਣ ਧਰਨਾ ਕਿਸੇ ਚੀਜ਼ ਦਾ ਹੱਲ ਨਹੀਂ। ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਦੇ ਵਿੱਚ ਧਰਨਿਆਂ ਲਈ ਜਗ੍ਹਾ ਹੀ ਨਹੀਂ ਹੈ। ਕਿਉਂਕਿ ਸੀਐਮ ਸਾਹਿਬ ਇੰਨੇ ਲੋਕਾਂ ਨੂੰ ਅੰਦਰੋਂ ਗਹਿਰਾਈ ਤੋਂ ਪਿਆਰ ਵੀ ਕਰਦੇ ਆ ਔਰ ਗਹਿਰਾਈ ਤੋਂ ਹਰ ਮੁੱਦੇ ਦਾ ਹੱਲ ਵੀ ਚਾਹੁੰਦੇ ਆ। ਇਸ ਕਰਕੇ ਉਹਨਾਂ ਨੂੰ ਧਰਨੇ ਦੇ ਤੋਂ ਲਾਉਂਦਿਆਂ ਸਾਰੀ ਉਹ ਉਹਨਾਂ ਲੋਕਾਂ ਨੂੰ ਬੁਲਾਉਂਦੇ ਨੇ ਜਿਹੜੀਆਂ ਵੀ ਹੁਣ ਤੱਕ ਜਥੇਬੰਦੀਆਂ ਹੋਈਆਂ ਨੇ, ਚਾਹੇ ਉਹ ਵਾਲਮੀਕੀ ਭਾਈਚਾਰਾ ਸੀ, ਚਾਹੇ ਕਿਸਾਨ ਜਥੇਬੰਦੀਆਂ ਨੇ, ਚਾਹੇ ਜਿਹੜੀਆਂ ਵੀ ਅਧਿਆਪਕ ਜਥੇਬੰਦੀਆਂ ਨੇ, ਔਰ ਉਹ ਸਾਰੀਆਂ ਦੇ ਨਾਲ ਬਕਾਇਦਾ 3-3 4-4 ਘੰਟੇ ਦਾ ਸਮਾਂ ਦੇ ਕੇ ਉਹਨਾਂ ਦੇ ਮੁੱਦੇ ਹੱਲ ਕਰਦੇ ਨੇ। ਇਸ ਕਰਕੇ ਧਰਨਾ ਕਿਸੇ ਮਸਲੇ ਦਾ ਹੱਲ ਨਹੀਂ ਹੈ। ਉਹਨਾਂ ਨੇ ਇਹੀ ਕਿਹਾ ਕਿ ਜਿਸ ਵੀ ਕਿਸੇ ਨੇ ਮੇਰੇ ਨਾਲ ਗੱਲ ਕਰਨੀ ਹੁੰਦੀ ਤੁਸੀਂ ਦਰਵਾਜ਼ੇ ਖੁੱਲ੍ਹੇ ਨੇ, ਜਦੋਂ ਮਰਜ਼ੀ ਉਹਨਾਂ ਕੋਲੋਂ ਟਾਈਮ ਲੈ ਕੇ ਤੁਸੀਂ ਗੱਲ ਕਰ ਸਕਦੇ ਹੋ। ਔਰ ਇਸ ਕਰਕੇ ਧਰਨਾ ਕਿਸੇ ਮੁੱਦੇ ਦਾ ਹੱਲ ਨਹੀਂ ਹੈ। ਬੈਠ ਕੇ ਟੇਬਲ ਟਾਕ ਜਿਹੜੀ ਆ ਉਹੀ ਮੁੱਦਿਆਂ ਦੇ ਹੱਲ ਹੁੰਦੇ ਹਮੇਸ਼ਾ। ਸੰਗਰੂਰ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਕਿਸਾਨ ਬੈਠੇ ਨੇ, ਬੜੇ ਦਿਨ ਹੋ ਗਏ ਆ, ਉਹਨਾਂ ਦਾ ਹੱਲ ਕਿਉਂ ਨਹੀਂ ਹੁੰਦਾ?
ਕਈ ਵਾਰੀ ਲੋਕ ਬਜਿੱਦ ਹੁੰਦੇ ਨੇ ਲੀਡਰ ਜਿਨ੍ਹਾਂ ਨੇ ਸਿਰਫ ਤੇ ਸਿਰਫ ਆਪਣੀ ਲੀਡਰੀ ਚਮਕਾ ਕੇ ਰੱਖਣੀ ਹੁੰਦੀ ਆ, ਔਰ ਜਿਹੜਾ ਕਿਸਾਨਾਂ ਤੋਂ ਪੰਜਾਬ ਭਰ ਦੇ ਵਿੱਚੋਂ ਉਹ ਪੈਸਾ ਇਕੱਠਾ ਕਰਦੇ ਨੇ ਉਹਨੂੰ ਪਹੁੰਚਾਉਣਾ ਵੀ ਹੁੰਦਾ। ਔਰ ਨਾਲ ਦੀ ਨਾਲ ਇਹ ਆ ਕਿ 4 ਘੰਟੇ 2 ਦਿਨ ਦੀ ਮੀਟਿੰਗ ਤੋਂ ਬਾਅਦ ਜੇ ਕੋਈ ਹੱਲ ਨਹੀਂ ਨਿਕਲਿਆ, ਇਟ ਮੀਨਸ ਕਿ ਮਾਨ ਸਾਹਿਬ ਨੇ ਕਦੀ ਹੁਣ ਤੱਕ ਦੇ 6 ਮਹੀਨਿਆਂ ਦੇ ਵਿੱਚ ਜਿੰਨੀਆਂ ਜਥੇਬੰਦੀਆਂ ਦੇ ਨਾਲ ਮੀਟਿੰਗਸ ਹੋਈਆਂ ਸਾਰੀਆਂ ਕਾਮਯਾਬ ਹੋਈਆਂ। ਫਿਰ ਪਹਿਲਾਂ ਉਗਰਾਹਾਂ ਸਾਹਿਬ ਦੇ ਨਾਲ ਵੀ ਮੀਟਿੰਗਸ ਹੁੰਦੀਆਂ ਰਹੀਆਂ, ਉਹ ਵੀ ਕਾਮਯਾਬ ਹੋਈਆਂ। ਫਿਰ ਇਸ ਮੀਟਿੰਗ 'ਚ ਐਸਾ ਕੀ ਸੀ ਕਿ ਇੱਕ ਦਿਨ ਦੀ ਨਹੀਂ ਦੂਸਰੇ ਦਿਨ ਵੀ ਜਿਹੜੇ ਉਹ 4 ਘੰਟੇ ਦੀ ਮੀਟਿੰਗ ਬਾਅਦ ਜਿਹੜੀ ਬੇਸਿੱਟਾ ਰਹੀ ਆ। ਇਸ ਕਰਕੇ ਕਈਆਂ ਦੇ ਸ਼ੌਕ ਵੀ ਹੁੰਦੇ ਆ ਕਿ ਧਰਨੇ ਦੇ ਵਿੱਚ ਰਹਿਣਾ ਉਹਨਾਂ ਦਾ ਸ਼ੌਕ ਆ ਔਰ ਉਹਨਾਂ ਨੇ ਬਣੇ ਰਹਿਣਾ ਇਹਦੇ ਵਿੱਚ। 7 ਮਹੀਨਿਆਂ ਦੇ ਰਿਪੋਰਟ ਕਾਰਡ 'ਚੋਂ ਜੇ ਮੋਤੀ ਚੁਗਣੇ ਹੋਣ ਤੇ ਕੀ ਕੁਝ ਕਰ ਲਿਆ ਆਮ ਆਦਮੀ ਪਾਰਟੀ ਨੇ? ਬਹੁਤ ਕੁਛ ਕਰ ਲਿਆ ਜੀ। ਮੋਤੀ ਚੁਗਣ ਦੇ ਨਾਲ ਤੁਸੀਂ ਸਭ ਤੋਂ ਵੱਡਾ ਮਸਲਾ ਜਿਹੜਾ ਪੰਜਾਬ ਦੇ ਅਧਿਆਪਕਾਂ ਦਾ ਸੀ ਕਿ ਕਿਵੇਂ ਵਿਚਾਰੇ ਥਾਂ ਧੱਕੇ ਖਾਂਦੇ ਫਿਰਦੇ ਸੀ, ਲਾਠੀਆਂ ਚਾ ਖਾਂਦੇ ਸੀ। 8736 ਅਧਿਆਪਕ ਪੱਕੇ ਕੀਤੇ ਗਏ, 6600 ਅਧਿਆਪਕ ਪਹਿਲਾਂ ਭਰਤੀ ਕੀਤਾ ਗਿਆ, 6000 ਜਿਹੜਾ ਪ੍ਰਾਇਮਰੀ ਟੀਚਰ ਹੋਰ ਜਿਹੜਾ ਭਰਤੀ ਦੇ ਕੰਢੇ ਤੇ ਆ। ਤਕਰੀਬਨ 20,000 ਨਵੀਆਂ ਜੋਬਾਂ ਦਿੱਤੀਆਂ ਗਈਆਂ ਵੱਖ-ਵੱਖ ਮਹਿਕਮਿਆਂ ਦੇ ਵਿੱਚ। 100 ਮੁਹੱਲਾ ਕਲੀਨਿਕ, ਆਮ ਆਦਮੀ ਕਲੀਨਿਕ ਜਿਹੜੇ ਬੜੀ ਕਾਮਯਾਬੀ ਨਾਲ ਪੰਜਾਬ ਦੇ ਵਿੱਚ ਚੱਲ ਰਿਹਾ। ਪਿਛਲੇ ਕੁਛ ਹਫ਼ਤਾ 10 ਦਿਨ ਪਹਿਲਾਂ 3 ਲੱਖ ਦੇ ਕਰੀਬ ਮਰੀਜ਼ ਉੱਥੇ ਪਹੁੰਚ ਚੁੱਕੇ ਸੀ। ਔਰ ਬੜੀਆਂ ਸਾਰੀਆਂ ਐਸੀਆਂ ਚੀਜ਼ਾਂ ਜ਼ਿਮੀਂਦਾਰਾਂ ਨਾਲ ਸੰਬੰਧ ਰੱਖਦੀਆਂ, ਉਹਨਾਂ ਦੇ ਗੰਨੇ ਦੇ ਬਕਾਏ ਵਾਪਸ ਕੀਤੇ ਗਏ ਆ। ਫਸਲ ਜਿਹੜੀ ਉਹ ਦਾਣਾ ਕਰਕੇ ਚੁੱਕ ਕੇ ਪੈਸਾ ਉਹਨਾਂ ਦੇ ਖਾਤਿਆਂ 'ਚ ਪਾਇਆ। ਹੁਣ ਜੇ ਤੁਸੀਂ ਇਹਨਾਂ ਦਿਨਾਂ 'ਚ ਦੇਖੋ ਜਿੱਦਾਂ ਜਿਹੜਾ ਝੋਨਾ ਸਾਡਾ ਮੰਡੀਆਂ ਦੇ ਵਿੱਚ ਆ ਰਿਹਾ, ਨਾਲ ਦੀ ਨਾਲ ਜ਼ਿਮੀਂਦਾਰਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਾ ਰਹੇ ਆ। 100 ਕਰੋੜ ਰੁਪਈਆ ਉਹਨਾਂ ਨੇ ਗੁਲਾਬੀ ਸੁੰਡੀ ਦਾ ਜਿਹੜਾ ਉਹ ਨਾਲ ਦੀ ਨਾਲ ਦਿੱਤਾ। ਔਰ ਹੁਣ ਲੇਬਰ ਦੇ ਵਾਸਤੇ ਬਹੁਤ ਵਧੀਆ ਉਹਨਾਂ ਨੇ ਜਿਹੜਾ ਸਾਡਾ ਡਿਪਾਰਟਮੈਂਟ ਬਣਿਆ ਹੋਇਆ ਲੇਬਰ ਐਂਡ ਫੈਕਟਰੀਜ਼ ਦਾ, ਉਹਦੇ ਵਿੱਚ ਮੁਲਾਜ਼ਮਾਂ ਲਈ ਵੱਖਰੇ ਜਾਂ ਕਹਿ ਲਓ ਕਿ ਪਿੰਡ ਕੈਂਪ ਲਾਉਣ ਦਾ ਐਲਾਨ ਕੀਤਾ ਕਿ ਹਰ ਜਿਹੜਾ ਸਕਿੱਲ ਮੁਲਾਜ਼ਮ ਹੈ ਉਹਨੂੰ ਉਹਦੇ ਥੱਲੇ ਲੈ ਕੇ ਆਇਆ ਜਾਏਗਾ ਲੇਬਰ ਦੇ ਵਿੱਚ, ਉਹਦਾ ਕੀਤਾ ਜਾਏਗਾ। ਬਹੁਤ ਸਾਰੀਆਂ ਮਤਲਬ ਪਿਛਲੇ 6 ਮਹੀਨਿਆਂ ਦੇ ਵਿੱਚ ਕਦੀ ਕੋਈ ਸੁਪਨੇ 'ਚ ਨਹੀਂ ਸੀ ਸੋਚ ਸਕਦਾ ਕਿ ਇੰਨੇ ਕ੍ਰਾਂਤੀਕਾਰੀ ਕਦਮ ਜਿਹੜੇ ਉਹ ਆਮ ਆਦਮੀ ਪਾਰਟੀ ਚੁੱਕ ਕੇ ਨਾਲ ਦੀ ਨਾਲ ਲੋਕਾਂ ਨੂੰ ਸਿਹਤ ਦੇ ਵਿੱਚ ਵੱਡੇ ਕੰਮ ਕੀਤੇ ਜਾ ਰਹੇ ਆ, ਡਾਕਟਰ ਭਰਤੀ ਕੀਤੇ ਜਾ ਰਹੇ ਨੇ। ਫਿਰ ਸਾਡੇ ਸਕੂਲਾਂ ਦੇ ਵਿੱਚ ਨਵੇਂ ਟੀਚਰ ਹੋਰ ਵੀ ਭਰਤੀ ਕੀਤੇ ਜਾ ਰਹੇ ਨੇ। 20,000 ਟੀਚਰਾਂ ਦੀ ਭਰਤੀ ਦਾ ਟੀਚਾ ਹੈ ਜਿਹੜਾ ਜਲਦੀ ਅਚੀਵ ਕਰ ਲਿਆ ਜਾਏਗਾ। 9,000 ਟੀਚਰ ਹੋਰ ਭਰਤੀ ਕੀਤਾ ਜਾ ਰਿਹਾ। ਔਰ ਐਡੀ ਲਿਸਟ ਲੰਬੀ ਆ ਕਿ ਸਾਡੀ ਇੰਟਰਵਿਊ ਲਿਸਟ ਦੇ ਵਿੱਚ ਖਤਮ ਹੋ ਸਕਦੀ ਹੈ। ਜੇ ਤੁਸੀਂ ਚਾਹੋ ਤਾਂ ਮੈਂ ਬੋਲਦੀ ਜਾਊਂਗੀ ਕਿਉਂਕਿ ਮੇਰੇ ਕੋਲ ਸਾਰਾ ਕੁਝ ਟਿਪਸ ਦੇ ਉੱਤੇ। ਤੇ ਆ ਜਿਹੜਾ ਬੀਬੀਆਂ ਨੂੰ ਲਾਰਾ ਲਾਇਆ 1000 ਦਾ, ਉਹ ਕਹਿੰਦੀ ਇਹਨਾਂ ਨੂੰ ਬਹਾ ਕੇ ਪੁੱਛੋ ਕਦੋਂ ਦੇਣੇ, ਕੀ ਕਹੀਏ ਉਹਨਾਂ ਨੂੰ? ਇਹ ਬਹੁਤ ਘੱਟ ਹੋਏਗਾ। ਇਹ ਮਹਾਰਾਣੀ ਪ੍ਰਨੀਤ ਕੌਰ ਕਹਿ ਸਕਦੀ ਆ, ਇਹ ਹਰਸਿਮਰਤ ਕੌਰ ਬਾਦਲ ਕਹਿ ਸਕਦੀ ਆ, ਜਾਂ ਜਿਹੜੀਆਂ ਹੋਰ ਧਨਾੜ ਬੀਬੀਆਂ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਬੈਠੀਆਂ ਉਹ ਕਹਿ ਸਕਦੀਆਂ। ਜੇ ਤੁਸੀਂ ਸਹੀ ਪੁੱਛੋ, ਜਿਵੇਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ, ਉਹਨਾਂ ਨੂੰ ਸਭ ਪਤਾ ਕਿ ਵੀ ਬਾਕੀ ਸਾਰਾ ਕੁਝ ਹੋ ਰਿਹਾ, ਇਸ ਕਰਕੇ 1000 ਰੁਪਇਆ ਵੀ ਸਾਨੂੰ ਮਿਲੇਗਾ। ਇਹ ਮੈਨੂੰ ਇਹ ਗੱਲ ਨਹੀਂ ਸਮਝ ਆਈ ਕਿ ਆਮ ਆਦਮੀ ਪਾਰਟੀ ਕੋਲੋਂ ਇਹ ਕਿਉਂ ਐਕਸਪੈਕਟ ਕੀਤਾ ਜਾ ਰਿਹਾ ਕਿ ਪਹਿਲੇ 6 ਮਹੀਨਿਆਂ ਦੇ ਵਿੱਚ ਸਾਰੇ ਦੇ ਸਾਰੇ ਵਾਅਦੇ ਪੂਰੇ ਕਰ ਲੈਣ। ਕਿਉਂਕਿ ਬਦਲਾਅ ਦਾ ਨਾਰਾ ਵੀ ਤੇ ਆਮ ਆਦਮੀ ਪਾਰਟੀ ਨੇ ਮਾਰਿਆ। ਜਿੰਨੇ ਕੰਮ ਹੁਣ ਤੱਕ ਕੀਤੇ ਗਏ ਆ, ਇਹ ਕੰਮ ਸਾਰੇ ਪਿਛਲੀਆਂ ਸਰਕਾਰਾਂ 4.5 ਸਾਲ ਤੋਂ ਬਾਅਦ ਕਰਦੀਆਂ ਰਹੀਆਂ ਔਰ ਆਮ ਆਦਮੀ ਪਾਰਟੀ ਨੇ ਪਹਿਲੇ 6 ਮਹੀਨਿਆਂ 'ਚ ਕੀਤੇ। ਬੀਬੀਆਂ ਲਈ ਬਹੁਤ ਸਤਿਕਾਰ ਆ, ਬਹੁਤ ਪਿਆਰ ਆ। ਸੀਐਮ ਸਾਹਿਬ ਨੇ ਬਹੁਤ ਜਲਦੀ ਉਹ ਵੀ ਐਲਾਨ ਜਿਹੜਾ ਉਹ ਕਰ ਦੇਣਾ ਜੀ। ਤੁਸੀਂ 1000 ਰੁਪਏ ਦੀ ਗੱਲ ਬਾਰ-ਬਾਰ ਆ ਰਹੀ ਹੈ। ਮੈਂ ਤੁਹਾਨੂੰ ਦੱਸਿਆ ਧਨਾੜ ਲੋਕ ਜਿਹੜੇ ਇਹਨਾਂ 1000 ਰੁਪਏ ਦੀ ਗੱਲ ਨੂੰ ਅੱਗੇ ਲੈ ਕੇ ਆ ਰਹੇ ਆ। ਵੱਡਾ ਕ੍ਰਾਂਤੀਕਾਰੀ ਕੰਮ ਜਿਹੜਾ ਪੰਜਾਬ ਦੇ ਵਿੱਚ ਹੋਇਆ ਉਹ ਹੋਇਆ 600 ਯੂਨਿਟ ਬਿਜਲੀ ਮੁਫਤ, ਜਿਹਦੇ ਵਿੱਚ ਪਹਿਲੇ ਬਿੱਲ ਜਿਹੜੇ ਪਹੁੰਚੇ ਨੇ ਸਾਡੀ ਆਸ ਤੋਂ ਵੀ ਵੱਧ। ਉਹਦੇ ਵਿੱਚ ਤਕਰੀਬਨ 72-75 ਲੱਖ ਪਰਿਵਾਰਾਂ ਦੇ ਵਿੱਚੋਂ 51 ਲੱਖ ਪਰਿਵਾਰਾਂ ਦੇ ਬਿੱਲ ਜ਼ੀਰੋ ਆ ਗਏ। ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਇਹ ਬਿੱਲ ਜਿਹੜੇ ਨਾ 90% ਜ਼ੀਰੋ ਤੱਕ ਪਹੁੰਚਣ ਵਾਲੇ ਆ। ਇਹ ਆਮ ਆਦਮੀ ਪਾਰਟੀ ਦੀ ਇੱਕ ਬਹੁਤ ਵੱਡੀ ਅਚੀਵਮੈਂਟ ਆ, ਜਿਹੜੀ ਬਿਨਾਂ ਧਰਮ ਤੋਂ, ਬਿਨਾਂ ਜ਼ਾਤ ਤੋਂ, ਬਿਨਾਂ ਕਿਸੇ ਵਿਤਕਰੇ ਤੋਂ ਜਿਹੜੀ ਹਰ ਇੱਕ ਨੂੰ ਇਹਦਾ ਲਾਭ ਮਿਲਿਆ। ਔਰ ਦੂਸਰੀ ਸਭ ਤੋਂ ਵੱਡੀ ਪ੍ਰਾਪਤੀ ਜਿਹਦੇ ਲਈ ਕਾਂਗਰਸੀ MLAs ਬਹੁਤ ਤੜਫੇ ਸੀ ਔਰ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਕੋਲੋਂ ਕੀ ਖੁੱਸ ਗਿਆ ਹੈ, ਉਹ ਸੀ ਇੱਕ ਵਿਧਾਇਕ ਇੱਕ ਪੈਨਸ਼ਨ। 5-5 7-7 ਪੈਨਸ਼ਨਾਂ ਲੈਣ ਵਾਲੇ ਤਰਲੋ ਮੱਛੀ ਹੋਏ ਫਿਰਦੇ ਹਜੇ ਵੀ ਹਾਈ ਕੋਰਟ ਤੱਕ ਵੀ ਪਹੁੰਚ ਗਏ। ਇਹ ਮਾਨ ਸਰਕਾਰ ਦਾ ਸਭ ਤੋਂ ਵੱਡਾ ਫੈਸਲਾ ਔਰ ਅਸੀਂ ਇਸ ਫੈਸਲੇ ਨਾਲ ਬਹੁਤ ਖੁਸ਼ ਹਾਂ ਔਰ ਸਾਰੀ ਪਬਲਿਕ ਵੀ ਇਹਦੇ ਨਾਲ ਬਹੁਤ ਖੁਸ਼ ਹੈ। ਇਹ ਨੇ ਮਾਨ ਸਰਕਾਰ ਦੀਆਂ ਪ੍ਰਾਪਤੀਆਂ। 7 ਮਹੀਨੇ ਦਾ ਰਿਪੋਰਟ ਕਾਰਡ ਜਿਹੜਾ 7 ਸਾਲਾਂ 'ਚ ਦੇਣ ਦੇ ਵਿੱਚ ਵੀ ਸਮਰੱਥ ਨਹੀਂ ਹੋਏ ਇਹ, ਤੇ 17 ਸਾਲਾਂ ਦੇ ਵਿੱਚ ਵੀ ਦੇਣ ਦੇ ਵਿੱਚ ਸਮਰੱਥ ਨਹੀਂ ਹੋਏ ਸੀ ਕੋਈ। ਤੇ ਇੱਕ ਹੋਰ ਗੱਲ ਹੋ ਰਹੀ ਵੀ ਆਟਾ ਦਾਲ ਸਕੀਮ ਜਿਹੜੀ ਆ, ਅਸੀਂ ਜਿਹੜੇ 40 ਲੱਖ ਲਾਭਪਾਤਰੀ ਉਹਨਾਂ ਦੇ ਘਰ ਘਰ ਜਾ ਕੇ ਪਹੁੰਚਾਵਾਂਗੇ, ਤੇ ਜਿਹੜੇ 19,000 ਡੀਪੂ ਹੋਲਡਰ ਇੱਕ ਪਾਸੇ ਹੋ ਗਏ ਕਹਿੰਦੇ ਸਾਡਾ ਰੁਜ਼ਗਾਰ ਖੁੱਸ ਜਾਣਾ, ਇਹ ਸਕੀਮ ਕਿਤੇ ਫਾਇਦਾ ਦੇਊਗੀ ਪੰਜਾਬ ਨੂੰ?
ਨੋ ਡਾਊਟ ਤੁਹਾਡੀ ਗੱਲ ਕਿਤੇ ਨਾ ਕਿਤੇ ਇਹ ਠੀਕ ਵੀ ਆ ਕਿ ਵੀ 40 ਲੱਖ ਲੋਕਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ 19,000 ਲੋਕਾਂ ਦੇ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਨੁਕਸਾਨ ਹੋ ਰਿਹਾ, ਪਰ 19,000 ਲੋਕਾਂ ਨੇ ਕੀਤਾ ਕੀ ਪਿਛਲੇ ਸਮਿਆਂ ਦੇ ਵਿੱਚ? ਇੱਕ ਇੱਕ ਡਿਪੂ ਹੋਲਡਰ ਦੇ ਕੋਲ 15-20 ਡਿਪੂਆਂ ਤੋਂ ਲੈ ਕੇ ਮੇਰੇ ਆਪਣੇ ਹਲਕੇ ਦੀ ਮਿਸਾਲ ਹੈ ਕਿ 32 ਡਿਪੂ ਇੱਕ ਜਿਹੜਾ ਡਿਪੂ ਹੋਲਡਰ ਉਹ ਸੰਭਾਲਦਾ ਰਿਹਾ। ਇਹ ਬੇਇਨਸਾਫੀਆਂ ਜਿਹੜੀਆਂ ਲੋਕਾਂ ਦੇ ਨਾਲ ਹੋਈਆਂ, ਆਮ ਲੋਕਾਂ ਦੇ ਨਾਲ ਹੋਈਆਂ, ਜਿਨ੍ਹਾਂ ਨੂੰ ਕਦੀ ਵੀ ਕਣਕ ਇਹਨਾਂ ਨੇ ਪੂਰੀ ਨਹੀਂ ਦਿੱਤੀ, ਉਹਦੇ ਲਈ ਵਿੱਚ ਕਿਤੇ ਨਾ ਕਿਤੇ ਹੁਣ ਦੇਖੋ ਜੀ, ਜਦੋਂ ਕੋਈ ਤੁਸੀਂ ਸਕੀਮ ਲਾਂਚ ਕਰਨੀ ਆ, ਕੁਝ ਵੱਡਾ ਕਰਨਾ ਆ, ਉਹਦੇ ਵਿੱਚ ਥੋੜਾ ਬਹੁਤਾ ਕੋਈ ਨਾ ਕੋਈ ਨੁਕਸਾਨ, ਮੇਰਾ ਖਿਆਲ ਨੁਕਸਾਨ ਤਾਂ ਮਾਨ ਸਾਹਿਬ ਕਿਸੇ ਦਾ ਵੀ ਨਹੀਂ ਹੋਣ ਦੇਣਗੇ। ਹੋ ਸਕਦਾ ਇਹਨਾਂ ਦੀ ਕੋਈ ਨਾ ਕੋਈ ਪਾਲਿਸੀ ਦੇ ਵਿੱਚ ਐਡਜਸਟਮੈਂਟ ਹੋਏ, ਮੈਂ ਸਮੇਂ ਤੋਂ ਪਹਿਲਾਂ ਕੋਈ ਗੱਲ ਕਰਨਾ ਨਹੀਂ ਚਾਹੁੰਦੀ ਵੈਸੇ, ਪਰ ਮੈਂ ਤੁਹਾਨੂੰ ਇਹਨਾਂ ਦੀਆਂ ਅਚੀਵਮੈਂਟਸ ਦੱਸਣਾ ਚਾਹੁੰਦੀ ਸੀ ਕਿ ਇੱਕ ਡਿਪੂ ਹੋਲਡਰ 40 ਡਿਪੂ ਵੀ ਚਲਾਉਂਦਾ। ਚਲੋ ਮੌਸਮੀ ਜਿਹਾ ਸਵਾਲ ਹੁਣ ਮੈਂ ਕਰਦੀ ਆ, ਪਰਾਲੀ ਝੋਨਾ ਸਾਂਭ ਲਿਆ ਤੇ ਪਰਾਲੀ ਨੂੰ ਹੁਣ ਕਿਸਾਨਾਂ ਨੇ ਅੱਗ ਲਾਉਣੀ ਆ, ਬਿਲਕੁਲ ਕਦੇ ਕਹਿ ਦਿੰਦੇ ਨੇ ਕਿ ਜਿੰਨੇ ਅੱਗ ਲਾਈ ਉਹਦੇ ਤੇ ਐਕਸ਼ਨ ਹੋਊਗਾ, ਫਿਰ ਕੋਈ ਲੀਡਰ ਉੱਠਦਾ ਕਹਿੰਦਾ ਨਹੀਂ ਅਸੀਂ ਤਾਂ ਪਿਆਰ ਨਾਲ ਸਮਝਾਵਾਂਗੇ, ਕਿਸੇ ਕਿਸਾਨ ਨੂੰ ਅਸੀਂ ਕੁਝ ਨਹੀਂ ਕਹਿੰਦੇ। ਹੱਲ ਹੈਗਾ ਕੋਈ ਸਰਕਾਰ ਕੋਲ ਕਿਸਾਨਾਂ ਨੂੰ ਸਮਝਾਉਣ ਦਾ ਜਾਂ ਉਹਨਾਂ ਨੂੰ ਕੋਈ ਹੋਰ ਆਲਟਰਨੇਟ ਦੇਣ ਦਾ? ਸਰਕਾਰ ਨੇ ਜਿਨ੍ਹਾਂ ਨੂੰ ਸਮਝ ਹੁੰਦੀ ਆ ਉਹ ਤਾਂ ਇਸ਼ਾਰਾ ਸਮਝ ਜਾਂਦੇ ਆ, ਜਿਨ੍ਹਾਂ ਨੇ ਨਹੀਂ ਸਮਝਣਾ ਚਾਹੁੰਦੇ ਉਹਨਾਂ ਦੇ ਤੁਸੀਂ ਕੰਨਾਂ ਦੇ ਕੋਲ ਢੋਲ ਵੀ ਵਜਾ ਲਓ ਤਾਂ ਉਹਨਾਂ ਨੇ ਨਹੀਂ ਸਮਝਣਾ, ਜਿਨ੍ਹਾਂ ਨੇ ਗਲਤ ਕਰਨਾ ਉਹਨਾਂ ਨੇ ਕਰਨਾ। ਸਰਕਾਰ ਦੇ ਵੱਡੇ ਉਪਰਾਲੇ ਨੇ 1 ਲੱਖ ਮਸ਼ੀਨ ਜਿਹੜੀ ਆ ਸਰਕਾਰ ਨੇ ਸਬਸਿਡੀ ਤੇ ਦਿੱਤੀ ਆ, ਹੈਪੀ ਸੀਡਰ ਸੁਪਰ ਸੀਡਰ। ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਸਬਸਿਡੀ ਦੇ ਉੱਤੇ ਮਸ਼ੀਨਾਂ ਦੇ ਕੇ ਸਿਰਫ ਇਹ ਪਰਾਲੀ ਦਾ ਹੱਲ ਕੱਢਿਆ। 5000 ਏਕੜ ਤੱਕ ਬਾਇਓ ਕੈਮੀਕਲ ਜਿਹੜਾ ਉਹ ਛਿੜਕਾ ਕਰਕੇ ਪਰਾਲੀ ਨੂੰ ਸੰਭਾਲਣ ਦਾ ਸਰਕਾਰ ਨੇ ਫੈਸਲਾ ਕੀਤਾ। ਔਰ ਪੰਜਾਬ ਦੇ ਵਿੱਚ ਵੱਡੇ ਜਿਹੜੇ ਨਾ ਉਹ ਪਲਾਂਟ ਲੱਗੇ ਹੋਏ ਨੇ ਜਿਹੜੇ ਬਾਇਓਮਾਸ ਨੂੰ ਸੰਭਾਲ ਰਹੇ ਨੇ। ਮੇਰੇ ਆਪਣੇ ਪਿੰਡ ਦੇ ਵਿੱਚ, ਮੇਰੀ ਆਪਣੀ ਪੰਚਾਇਤੀ ਜ਼ਮੀਨ ਦੇ ਵਿੱਚ ਬਾਇਓਮਾਸ ਐਨਰਜੀ ਪਲਾਂਟ ਲੱਗਿਆ ਹੋਇਆ ਜਿਹੜਾ 5000 ਏਕੜ ਦੀ ਪਰਾਲੀ ਸੰਭਾਲਦਾ। ਮਾਣੂਕੇ ਪਿੰਡ ਦੇ ਵਿੱਚ ਇਦਾਂ ਦਾ ਵੱਡਾ ਪਲਾਂਟ ਲੱਗਿਆ ਹੋਇਆ। ਇੱਧਰ ਸਾਡੇ ਤਲਵੰਡੀ ਕੰਢੀ ਏਰੀਆ ਦੇ ਵਿੱਚ ਪਲਾਂਟ ਲੱਗਿਆ ਹੋਇਆ, ਜੈਜੋ ਪਲਾਂਟ ਲੱਗਿਆ ਹੋਇਆ। ਔਰ ਇਹ 5-5, 10-10 ਹਜ਼ਾਰ ਵੱਡੇ ਪਲਾਂਟ ਵੀ ਨੇ ਜਿਹੜੇ ਸੰਭਾਲ ਰਹੀ ਹੈ। ਲਹਿਰਾਗਾਗਾ ਪਲਾਂਟ ਲੱਗਿਆ ਹੋਇਆ। ਔਰ ਇੰਨੀਆਂ ਸਭ ਕੁਝ ਹੋਣ ਦੇ ਬਾਵਜੂਦ ਜੇ ਕਿਸੇ ਨੇ ਤਹਈਆ ਕਰ ਲਿਆ ਕਿ ਮੈਂ ਅੱਗ ਲਾ ਕੇ ਸਰਕਾਰ ਦੇ ਖਿਲਾਫ ਜਾਣਾ ਹੀ ਜਾਣਾ, ਤੇ ਫਿਰ ਉੱਤੇ ਐਕਸ਼ਨ ਹੋਵੇ ਵੀ ਤਾਂ ਕਿੱਡੀ ਕੁ ਵੱਡੀ ਗੱਲ ਹੈ। ਹੋਣਾ ਚਾਹੀਦਾ ਜਿਹਨੇ ਤੈਅ ਕੀਤਾ ਹੋਇਆ। ਸਾਡੇ ਕੋਲ ਹਜੇ ਵੀ 15 ਦਿਨ ਬਾਕੀ ਨੇ ਕਿ ਅਸੀਂ ਜਿਹੜਾ 15 ਦਿਨਾਂ ਦੇ ਵਿੱਚ ਇਹਨੂੰ ਸਮੇਟਣ ਦੀ ਹਰ ਇੱਕ ਕੋਸ਼ਿਸ਼ ਕਰ ਰਿਹਾ। ਜ਼ਿਮੀਂਦਾਰ ਬਹੁਤ ਵੱਡੀ ਪੱਧਰ 'ਤੇ ਜ਼ਿਮੀਂਦਾਰ ਇਸ ਗੱਲ ਨੂੰ ਸਮਝ ਗਏ ਆ ਕਿ ਇਹ ਸਾਡਾ ਆਪਣਾ ਨੁਕਸਾਨ ਆ। ਸਾਡੇ ਬੱਚੇ ਇਸ ਹਵਾ ਦੇ ਵਿੱਚ ਸਾਹ ਲੈਂਦੇ ਆ, ਸਾਡੀ ਧਰਤੀ ਦਾ ਜਿਹੜੀ ਤਹਿ ਨਾਸ ਹੋ ਰਹੀ ਆ। ਔਰ ਜੇ ਅਸੀਂ ਇਹਨੂੰ ਪਰਾਲੀ ਨੂੰ ਸੰਭਾਲਾਂਗੇ ਤਾਂ ਉਹਦਾ ਫਾਇਦਾ ਜ਼ਿਮੀਂਦਾਰ ਨੂੰ ਖੁਦ ਹੋਣ ਵਾਲਾ। ਔਰ ਜਿਹੜੀਆਂ ਕਮੀਆਂ ਪੇਸ਼ੀਆਂ ਲੋਕ ਦੱਸਦੇ ਨੇ ਜਾਂ ਕਹਿੰਦੇ ਨੇ ਜਾਂ ਜਿਨ੍ਹਾਂ ਨੇ ਅੱਗ ਲਾਉਣੀ ਆ ਉਹਨਾਂ ਨੇ ਤੈਅ ਕੀਤਾ ਹੁੰਦਾ, ਉਹਨਾਂ ਦਾ ਕੋਈ ਇਲਾਜ ਨਹੀਂ ਹੈ। ਪੰਜਾਬ ਦੇ ਲੋਕ ਵੀ ਉਡੀਕ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਰਾਲੀ ਵਾਲਾ ਮਸਲਾ ਕਿੱਦਾਂ ਹੱਲ ਕਰਦੀ ਹੈ। ਅੱਛਾ, ਮੈਨੂੰ ਇੱਕ ਗੱਲ ਦੱਸੋ ਕਿ ਕਾਂਗਰਸ ਮੰਤਰੀ ਤਾਂ ਤੁਸੀਂ ਫੜੇ ਇੱਕ ਭਾਜਪਾ ਵੀ ਦਬੋਚਿਆ ਹੁਣੇ ਸੁੰਦਰ ਸ਼ਾਮ ਅਰੋੜਾ ਤੇ ਭਗਵੰਤ ਮਾਨ ਹੋਰੀ ਕਹਿੰਦੇ ਭਾਜਪਾ ਕੋਈ ਵਾਸ਼ਿੰਗ ਮਸ਼ੀਨ ਨਹੀਂ ਹੈ ਵੀ ਜਿਹੜੀ ਦਾਗ ਧੋ ਦੂਗੀ, ਛੱਡਣਾ ਅਸੀਂ ਕੋਈ ਵੀ ਨਹੀਂ ਹੈ। ਸੁੰਦਰ ਸ਼ਾਮ ਅਰੋੜਾ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਤੁਸੀਂ ਦੇਖੋ ਕਿਹੋ ਜਿਹੀ ਹਰਕਤ ਸੀ ਉਹਨਾਂ ਦੀ ਕਿ ਇੱਕ ਆਲਾ ਅਫਸਰ ਨੂੰ ਰਿਸ਼ਵਤ ਦੇਣ। ਨਿਡਰਤਾ ਦੇਖੋ, ਨਿਡਰਤਾ ਕਾਦੀ, ਉਹ ਤਾਂ ਰੋਂਦੇ ਸੀ ਬਾਅਦ ਚੋਂ ਐਡੇ ਅਥਰੂ ਚੋਦੇ। ਉਹ ਤਾਂ ਵਾਧੀਆਂ ਗੱਲਾਂ ਹੋ ਗਈਆਂ ਨਾ। ਉਹ ਤਾਂ ਜਦੋਂ ਸ਼ੇਰ ਬਣ ਕੇ ਉਹ ਰਿਸ਼ਵਤ ਦੇਣ ਅਗਲੇ ਦੇ ਘਰ ਪਹੁੰਚੇ ਨੇ 50 ਲੱਖ ਰੁਪਈਆ ਔਰ 1 ਕਰੋੜ ਤੱਕ ਦੀ ਆਫਰ ਕੀਤੀ ਆ, ਉਦੋਂ ਹੰਝੂਆਂ ਦਾ ਨਹੀਂ ਪਤਾ ਸੀ ਕਿ ਕਿਸੇ ਵੀ ਵੇਲੇ ਕੁਝ ਵੀ ਹੋ ਸਕਦਾ। ਇਹ ਨਿਡਰਤਾ ਇਹਨਾਂ ਲੋਕਾਂ ਦੀ ਇਹ ਆ ਕਿ ਇਹ ਰਿਸ਼ਵਤਾਂ ਦੇਣ ਲੈਣ ਗਿੱਝੇ ਹੋਏ ਨੇ। ਇਹ ਖੁੱਲ੍ਹੇਆਮ ਇਹ ਕੰਮ ਕਰਦੇ ਰਹੇ ਆ ਔਰ ਉਸੇ ਦੇ ਚੱਲਦੇ ਉਹਨਾਂ ਨੇ ਕੋਸ਼ਿਸ਼ ਕਰ ਲਈ ਤੇ ਪਰ ਫਿਰ ਜਦੋਂ ਹੁਣ ਗ੍ਰਿਫਤਾਰੀ ਹੁੰਦੀ ਆ ਤੇ ਫਿਰ ਹੰਝੂ ਸੁੱਟਦੇ ਨੇ ਐਡੇ। ਤੇ ਮੈਂ ਤਾਂ ਐਡਾ ਕਮਜ਼ੋਰ ਇਨਸਾਨ ਵੀ ਨਹੀਂ ਜ਼ਿੰਦਗੀ 'ਚ ਦੇਖਿਆ ਕਿ ਜਿਹੜੀਆਂ ਤੁਸੀਂ ਐਡੇ ਅੰਬਾਰ ਲਾ ਲੈ ਧਨ ਦੇ 1000 ਕਰੋੜ ਦੀ ਪ੍ਰੋਪਰਟੀ ਇਕੱਠੀ ਕਰੀ ਬੈਠੇ ਹੋ ਤੇ ਉਹ ਪ੍ਰੋਪਰਟੀ ਜਿਸ ਢੰਗ ਦੇ ਨਾਲ ਇਕੱਠੀ ਕੀਤੀ ਆ ਉਹਦਾ ਅਸਲ ਦੇ ਵਿੱਚ ਇਹਨਾਂ ਲੋਕਾਂ ਨੂੰ ਆਸ ਹੀ ਨਹੀਂ ਸੀ ਕਿ ਇੱਥੇ ਤੱਕ ਗੱਲਾਂ ਪਹੁੰਚਣ ਵਾਲੀਆਂ। ਇਹਨਾਂ ਨੂੰ ਲੱਗਦਾ ਜਿਵੇਂ ਅਸੀਂ ਆ ਕੇ 2-4 ਦਿਨ ਦਬਕੇ ਮਾਰ ਕੇ ਜੀ ਆਹ ਕਰ ਦਿਆਂਗੇ ਉਹ ਕਰ ਦਿਆਂਗੇ, ਇੱਦਾਂ ਹੀ ਆਮ ਆਦਮੀ ਪਾਰਟੀ ਵੀ ਹਟ ਜਾਊਗੀ। ਲੇਕਿਨ ਇਹ ਤਾਂ ਸ਼ੁਰੂਆਤ ਹੈ। ਅੱਜ ਤੁਸੀਂ ਕਹਿੰਦੇ ਵੀ ਉਹ ਪੈਸੇ ਚੁੱਕੀ ਫਿਰਦਾ ਸੀ ਤੇ ਸੁਨੀਲ ਜਾਖੜ ਕਹਿੰਦੇ ਵੀ ਅਫਸਰ ਦੀ ਜਾਂਚ ਕਰੋ, ਉਹਨੇ ਘਰੇ ਕਿਉਂ ਸੱਦਿਆ ਸੀ ਇਹਨਾਂ ਨੂੰ? ਸੁਨੀਲ ਜਾਖੜ ਵੀ ਥੋੜ੍ਹਾ ਜਿਹਾ ਲੱਗਦਾ ਕਿ ਵੀ ਟਪਲਾ ਖਾ ਗਏ ਇੱਥੇ ਕਿ ਵੀ ਕਿੱਥੇ ਹੱਥ ਪਾਇਆ ਉਹਨਾਂ ਨੇ, ਕਿਹਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ। ਪਹਿਲਾਂ ਸਾਰੀ ਕਾਂਗਰਸ ਰਲ ਕੇ ਭਾਰਤ ਭੂਸ਼ਣ ਆਸ਼ੂ ਦੀ ਮਦਦ ਦੇ ਵਿੱਚ ਆ ਗਈ ਸੀ। ਇਹਨਾਂ ਨੇ ਤੇ ਜਦੋਂ ਵਿਧਾਨ ਸਭਾ ਦੇ ਵਿੱਚ ਇਹ ਫੌਜਾ ਸਿੰਘ ਸਰਾਰੀ ਦੇ ਖਿਲਾਫ ਇਹਨਾਂ ਨੇ ਸਾਰਾ ਵਿਧਾਨ ਸਭਾ ਦਾ ਸਮਾਂ ਬਰਬਾਦ ਕਰ ਦਿੱਤਾ। ਸਪੀਕਰ ਸਾਹਿਬ ਦੇ ਅੱਗੇ ਖੜੇ ਕਰਕੇ ਹੋ ਕੇ ਨਾਅਰੇਬਾਜ਼ੀਆਂ ਕਰਦੇ ਰਹੇ ਔਰ ਸਪੀਕਰ ਸਾਹਿਬ ਨੂੰ ਮਤਲਬ ਭੱਦੀ ਸ਼ਬਦਾਵਲੀ ਵੀ ਉੱਥੇ ਇਹਨਾਂ ਨੇ ਯੂਜ਼ ਕੀਤੀ ਆ। ਇਹਨਾਂ ਨੂੰ ਆਪਣੇ ਸਟੈਂਡ ਦਾ ਹੀ ਨਹੀਂ ਪਤਾ ਕਿ ਇਹ ਭ੍ਰਿਸ਼ਟਾਚਾਰ ਦੇ ਖਿਲਾਫ ਨੇ ਕਿ ਹੱਕ ਦੇ ਵਿੱਚ ਨੇ।
ਪਹਿਲਾਂ ਆਪਣਾ ਸਟੈਂਡ ਕਲੀਅਰ ਕਰ ਲੈਣ ਕਿ ਤੁਸੀਂ ਇੱਕ ਪਾਸੇ ਹੋ ਜਾਓ। ਤੁਸੀਂ ਜਿੱਥੇ ਨਜ਼ਰ ਆਉਂਦੇ ਨੇ ਭ੍ਰਿਸ਼ਟਾਚਾਰ ਦੇ ਹੱਕ ਦੇ ਵਿੱਚ ਨਜ਼ਰ ਆਉਂਦੇ ਨੇ, ਭਾਰਤ ਭੂਸ਼ਣ ਆਸ਼ੂ ਦੇ ਮਸਲੇ 'ਚ, ਸਾਧੂ ਸਿੰਘ ਧਰਮਸੋਤ ਦੇ ਮਸਲੇ ਦੇ ਵਿੱਚ। ਹੁਣ ਇਹ ਨਵਾਂ ਜਿਹੜਾ ਕੱਲ੍ਹ ਫੜੇ ਗਏ ਨੇ ਸਾਡੇ ਸਤਿਕਾਰਯੋਗ ਜਿਹੜੇ ਐਡੀ ਵੱਡੀ ਰਿਸ਼ਵਤ ਲੈ ਕੇ ਤੁਰੇ ਫਿਰਦੇ ਸੀ, ਔਰ ਜਾਖੜ ਸਾਹਿਬ ਵਰਗੇ ਕੱਦ ਦੇ ਇਨਸਾਨ ਦੇ ਕੋਲੋਂ ਇਹੋ ਜਿਹੀ ਸਟੇਟਮੈਂਟ ਦੀ ਤਵੱਕੋ ਨਹੀਂ ਸੀ, ਪਰ ਉਹਨਾਂ ਨੇ ਦਿੱਤੀ ਆ ਕਿ ਸਾਰੇ ਬੁਖਲਾਏ ਫਿਰਦੇ। ਖਤਮ ਹੋ ਗਈ ਕਹਾਣੀ, ਖਤਮ ਹੋ ਗਈ ਇਹਨਾਂ ਲੋਕਾਂ ਦੀ, ਰਾਜਾ ਮਹਾਰਾਜਾਂ ਦੀ, ਇਸ ਕਰਕੇ ਸਭ ਬੁਖਲਾਏ ਫਿਰਦੇ ਨੇ। ਤੁਸੀਂ ਕਹਿੰਦੇ ਆ ਵੀ ਜਾਖੜ ਹੋਰੀ ਟਪਲਾ ਖਾ ਗਏ, ਗੱਲ ਸ਼ੁਰੂ ਕੀਤੀ ਤੁਸੀਂ ਵਿਧਾਨ ਸਭਾ ਦੀ। ਵਿਧਾਨ ਸਭਾ 'ਚ ਕਿਤੇ ਸਪੀਕਰ ਵੀ ਟਪਲਾ ਖਾ ਗਏ। ਪਹਿਲਾਂ ਕਹਿੰਦੇ ਸੀ ਭਰੋਸਗੀ ਮਤੇ ਦੇ ਹੱਕ ਵਿੱਚ 93 ਵੋਟਾਂ ਪਈਆਂ, ਫਿਰ ਅਕਾਲੀ ਦਲ ਵਾਲੇ ਵਿਧਾਇਕ ਨੇ ਵੀ ਰੌਲਾ ਪਾਤਾ ਤੇ ਬੀਜੇਪੀ ਵਾਲੇ ਨੇ ਵੀ ਪਾਤਾ। ਹੁਣ ਕਹਿੰਦੇ ਨਹੀਂ ਨਹੀਂ ਜੀ 91 ਪਈਆਂ ਸੀ, ਉਹ ਕਿਉਂ ਟਪਲਾ ਖਾ ਗਏ? ਇਹ ਸਾਡੇ ਸਾਹਮਣੇ ਜਿਹੜੇ ਬੈਂਚਾਂ ਦੇ ਉੱਤੇ ਬੈਠੇ ਸੀ, ਇਹ ਉਹਨਾਂ ਦਾ ਦੋਹਰਾ ਚਿਹਰਾ ਸੀ। ਤੁਸੀਂ ਨਛੱਤਰਪਾਲ ਜੀ ਦਾ ਜੇ ਤੁਸੀਂ ਸਪੀਚ ਸੁਣੋ, ਸਾਰੀ ਸਪੀਚ ਦੇ ਵਿੱਚ ਉਹਨਾਂ ਨੇ ਇਹਦੇ ਖਿਲਾਫ ਗੱਲ ਕੀਤੀ ਆ ਕਿ ਮੈਂ ਇਹਦੇ ਖਿਲਾਫ ਆ। ਤੁਸੀਂ ਆਪਣੀ ਸਪੀਚ ਦੇ ਵਿੱਚ ਖਿਲਾਫ ਕਹਿੰਦੇ ਹੋ, ਵੋਟ ਪਾਉਣ ਵਾਰੀ ਤੁਸੀਂ ਹੱਥ ਨਹੀਂ ਖੜਾ ਕੀਤਾ, ਤੁਸੀਂ ਉਹਦੇ ਵਿਰੋਧ ਦੇ ਵਿੱਚ ਹੱਥ ਨਹੀਂ ਖੜਾ ਕੀਤਾ। ਮਨਪ੍ਰੀਤ ਆਲੀ ਨੇ ਵਿਰੋਧ ਦੇ ਵਿੱਚ ਹੱਥ ਨਹੀਂ ਖੜਾ ਕੀਤਾ, ਔਰ ਸਪੀਕਰ ਸਾਹਿਬ ਨੇ ਬਕਾਇਦਾ ਪੁੱਛਿਆ, ਜੇ ਤੁਸੀਂ ਰਿਕਾਰਡਿੰਗ ਦੇਖੋਗੇ, ਮਨਪ੍ਰੀਤ ਆਲੀ ਨੇ ਆਪਣਾ ਹੱਥ ਖੜਾ ਕਰਕੇ ਕਿਹਾ ਕਿ ਨਾ ਹੱਥ ਖੜਾ ਕਰਨ ਦਾ ਮਤਲਬ ਵੀ ਹਾਂ ਸਮਝੋ। ਮੇਰੇ ਡੈਸਕ ਤੋਂ ਤੀਸਰੇ ਡੈਸਕ ਤੇ ਬੈਠੇ ਨੇ, ਹੁਣ ਏਆਲੀ ਸਾਹਿਬ ਨੇ ਉਹਨਾਂ ਨੂੰ ਚਿੱਠੀ ਲਿਖੀ ਵੀ ਸਹੀ ਸਹੀ ਦੱਸੋ। ਉਹ ਫਿਰ ਪਾਰਟੀਆਂ ਦੇ ਦਬਾਅ ਹੋ ਜਾਂਦੇ ਜੀ, ਅਸੀਂ ਗੱਲ ਹੀ ਕਿਉਂ ਕਰਨੀ ਆ, ਉਹ ਆਪਣੀ ਵੋਟ ਆਪਣੇ ਕੋਲ ਰੱਖਣ, ਸਾਨੂੰ ਕੋਈ ਮਤਲਬ ਜ਼ਰੂਰਤ ਹੀ ਨਹੀਂ ਹੈ ਵੋਟ ਦੀ। ਅੱਛਾ, ਜਾਂਦੇ ਜਾਂਦੇ ਪੰਜਾਬ ਦੇ ਇੱਕ ਹੋਰ ਮਸਲੇ ਦੀ ਗੱਲ ਕਰਦੇ, ਮੈਂ ਨਸ਼ਿਆਂ ਦੀ ਗੱਲ ਕਰਨਾ ਚਾਹੁੰਦੀ ਹਾਂ। ਜਦੋਂ ਸਰਕਾਰ ਨੇ ਹਾਲੇ ਸੱਤਾ 'ਚ ਆਉਣਾ ਸੀ, ਬਾਹਰ ਬੈਠੇ ਸੀ ਆਮ ਆਦਮੀ ਪਾਰਟੀ ਵਾਲੇ ਤੇ ਕਹਿੰਦੇ ਸੀ 6 ਮਹੀਨੇ ਦਾ ਸਮਾਂ ਚਾਹੀਦਾ ਸਾਨੂੰ। ਮੈਨੂੰ ਹਾਲੇ ਵੀ ਯਾਦ ਹੈ, ਮੈਂ ਸੁਣੀ ਸੀ ਖੁਦ ਸਪੀਚ। 7 ਮਹੀਨੇ ਦਾ ਸਮਾਂ ਹੋ ਗਿਆ, ਨਸ਼ਿਆਂ ਲਈ ਕੀ ਕੀਤਾ? ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਦੇਖ ਰਹੇ ਹੋ ਡੀਜੀਪੀ ਸਾਹਿਬ ਬਹੁਤ ਸਖਤ ਨੇ ਨਸ਼ੇ ਦੇ ਮੁੱਦੇ ਦੇ ਉੱਤੇ। ਅਸੀਂ ਆਪਣੇ ਆਪਣੇ ਹਲਕਿਆਂ ਦੇ ਵਿੱਚ ਬਹੁਤ ਸਖਤ ਹਾਂ। ਕਈ ਵਾਰੀ ਅਫਸਰਸ਼ਾਹੀਆਂ ਵੱਧ ਘੱਟ ਵੀ ਬੋਲਿਆ ਜਾਂਦਾ ਕਿ ਵੀ ਨਸ਼ੇ ਦੇ ਉੱਤੇ ਟੋਲਰੈਂਸ ਬਿਲਕੁਲ ਨਹੀਂ ਹੈ। ਤੁਸੀਂ ਸਾਰਾ, ਮੈਂ ਤੇ ਕਈ ਵਾਰੀ ਇਹ ਵੀ ਕਹਿ ਦਿੰਦੀ ਕਿ ਤੁਸੀਂ ਛੱਡ ਲਓ, ਕੋਈ ਚੋਰ ਚੱਕਾ ਛੁੱਟ ਜਾਏ ਤਾਂ ਛੁੱਟ ਜਾਏ, ਕੋਈ ਨਸ਼ੇ ਵਾਲਾ ਨਹੀਂ ਛੁੱਟਣਾ ਚਾਹੀਦਾ। ਔਰ ਜਿਹੜੇ ਜਦੋਂ ਹੁਣ ਇਹ ਕਹਿ ਲਓ ਵੀ ਸਭ ਮਿਲ ਜੁਲ ਕੇ ਇਸੇ ਕੰਮ ਤੇ ਹੋ ਗਏ। ਤੁਸੀਂ ਦੇਖੋ ਤੁਸੀਂ ਨਸ਼ਾ ਕਿੱਥੋਂ ਕਿੱਥੋਂ ਫੜਿਆ ਜਾ ਰਿਹਾ। ਗੁਜਰਾਤ ਵਿੱਚੋਂ ਨਸ਼ਾ ਫੜਿਆ ਜਾ ਰਿਹਾ ਜਿਹੜਾ ਪੰਜਾਬ 'ਚੋਂ ਆਉਣਾ, ਰਾਜਸਥਾਨ ਦੇ ਨਸ਼ੇ ਫੜੇ ਜਾ ਰਹੇ ਨੇ, ਦਿੱਲੀ 'ਚੋਂ ਨਸ਼ਾ ਫੜਿਆ ਜਾ ਰਿਹਾ। ਸਾਨੂੰ ਮਤਲਬ 4 ਚੁਫੇਰਿਓਂ ਪਾਕਿਸਤਾਨ ਦੇ ਬਾਰਡਰ ਦਾ ਨਸ਼ਾ, ਡਰੋਨਾਂ ਰਾਹੀਂ ਨਸ਼ਾ ਆ ਰਿਹਾ। ਔਰ ਇਹਨੂੰ ਮਤਲਬ ਐਡੇ ਵੱਡੇ ਪੱਧਰ ਤੇ ਇਹ ਕੰਮ ਚੱਲ ਰਿਹਾ ਸੀ ਕਿ ਇਹਨੂੰ ਕੰਟਰੋਲ ਕਰਨ ਲਈ ਹਜੇ ਵੀ ਸਮੇਂ ਦੀ ਜ਼ਰੂਰਤ ਆ। ਔਰ ਜਿੰਨੀ ਦੇਰ ਡਿਮਾਂਡ ਨਹੀਂ ਖਤਮ ਹੁੰਦੀ, ਅਸੀਂ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਹਾਂ। ਅਸੀਂ ਆਪਣੀਆਂ ਟੀਮਾਂ ਲਾ ਰੱਖੀਆਂ ਕਿ ਜਿਹੜੇ ਬੱਚੇ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਆ, ਉਹਨਾਂ ਤੇ ਨਜ਼ਰ ਰੱਖੋ, ਉਹਨਾਂ ਨੂੰ ਇਲਾਜ ਕਰੀਏ। ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਆਪਣੇ ਬੱਚਿਆਂ ਨੂੰ ਸੰਭਾਲੋ। ਜਿੰਨੀ ਦੇਰ ਡਿਮਾਂਡ ਖਤਮ ਨਹੀਂ ਹੋਏਗੀ, ਉਨੀ ਦੇਰ ਜਿਹੜਾ ਇਹ ਨਸ਼ੇ ਨੂੰ ਸਾਡੇ ਕੋਲ ਕੋੜ ਕੱਢਿਆ ਨਹੀਂ ਜਾਣਾ। ਲੱਗੇ ਹੋਏ ਆ ਜੀ। ਜੇ ਹੁਣ ਬਿਮਾਰੀ ਲੰਬੀ ਹੋ ਜਾਏ ਤਾਂ ਕੀ ਕੀਤਾ ਜਾਏ? ਇਹ ਤਾਂ ਇੱਕ ਕਿਸਮ ਦੀ ਬਿਮਾਰੀ ਹੈ ਜਿਹੜੀ ਪੰਜਾਬ ਨੂੰ ਲੱਗੀ। ਇਹ ਕੋੜ ਆ। ਜੇ ਕੋੜ ਦੇ ਇਲਾਜ ਦੇ ਵਿੱਚ ਟਾਈਮ ਲੱਗ ਰਿਹਾ, ਪਰ ਇਹ ਨਹੀਂ ਹੈ ਕਿ ਇਹ ਨਾਮੁਮਕਿਨ ਹੈ, ਖਤਮ ਹੋਏਗਾ। ਪਰ ਜਿੱਥੋਂ ਖਬਰਾਂ ਆ ਰਹੀਆਂ ਹੋਮ ਡਿਲੀਵਰੀ ਉੱਤੇ ਸਾਈਨ ਬੋਰਡ ਲੱਗੇ, ਚਿੱਟਾ ਇੱਧਰ ਮਿਲਦਾ ਹੈ ਤੇ ਸਰਹੱਦੀ ਏਰੀਆ 'ਚ ਮਾਵਾਂ ਰੋਂਦੀਆਂ ਨੇ ਵੀ ਸਾਡੇ ਬੱਚਿਆਂ ਨੂੰ ਤੇ ਘਰੇ ਆ ਕੇ ਲੋਕੀ ਨਸ਼ਾ ਦੇ ਜਾਂਦੇ। ਉਹ ਇੱਕ ਅਲੱਗ ਜਿਹਾ ਮਸਲਾ ਹੈਗਾ ਕਿ ਜੇ ਸਾਈਨ ਬੋਰਡ ਲੱਗਿਆ ਹੋਇਆ, ਕਿਸ ਕਰਕੇ ਸਾਈਨ ਬੋਰਡ ਲਾਇਆ। ਆਪਾਂ ਇਹ ਇੰਨਾ ਨਹੀਂ ਹੈਗਾ ਕਿ ਅਸੀਂ ਇਹਦੇ ਬਾਰੇ 'ਚ ਗੱਲ ਕਰ ਸਕੀਏ, ਕਿਉਂਕਿ ਬੜਾ ਕੁਛ ਹੁੰਦਾ ਸਮਾਜ ਦੇ ਵਿੱਚ, ਬੜਾ ਕੁਛ ਸਰਕਾਰਾਂ ਨੂੰ ਬਦਨਾਮ ਕਰਨ ਵਾਸਤੇ ਕੀਤਾ ਜਾਂਦਾ। ਬਿਨਾਂ ਸ਼ੱਕ ਮਾਵਾਂ ਰੋਂਦੀਆਂ ਨੇ ਕਿ ਉਹਨਾਂ ਦੇ ਬੱਚਿਆਂ ਨੂੰ ਨਸ਼ਾ, ਹੁਣ ਇਹੋ ਜਿਹਾ ਗੰਦ ਫੈਲਾ ਰੱਖਿਆ ਪਿਛਲੀਆਂ ਸਰਕਾਰਾਂ ਨੇ, ਇਹੋ ਜਿਹਾ ਤੰਤਰ ਬਣਾ ਕੇ ਰੱਖਿਆ ਹੋਇਆ ਜਿਹਨੂੰ ਤੋੜਨ ਵਾਸਤੇ ਸਮਾਂ ਲੱਗ ਰਿਹਾ ਔਰ ਜਲਦੀ ਹੱਲ ਹੋਏਗਾ। ਜੀ ਮੈਮ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਟੂਡੀਓ 'ਚ ਆਏ ਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਦੀਆਂ ਇੰਟਰਵਿਊਜ਼ ਹੋਰ ਵੀ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਹੈ ਜੀ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।